ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਮੈਂ ਮੁਹੰਮਦ ਇਮਤਿਆਜ਼ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਨਵੀਂ ਦਿਸ਼ਾ। ਹਰ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਕਿਸ ਤਰ੍ਹਾਂ ਦੇ ਕਰੀਅਰ ਮੌਜੂਦ ਨੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਗੱਲ ਕਰਾਂਗੇ IT ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੇ ਜੌਬ ਪ੍ਰੋਸਪੈਕਟਸ ਮੌਜੂਦ ਨੇ। ਇਹਦੇ ਬਾਰੇ ਦੇ ਵਿੱਚ ਗੱਲ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਮੌਜੂਦ ਨੇ ਡਾਕਟਰ ਸਤਵਿੰਦਰ ਸਿੰਘ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਤੋਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਧੰਨਵਾਦ ਜੀ। ਮੈਂ ਪ੍ਰਸਾਰ ਭਾਰਤੀ ਦਾ ਧੰਨਵਾਦ ਕਰਦਾ, ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸਟੂਡੀਓ ਵਿੱਚ ਆਉਣ ਦਾ। ਜੀ ਡਾਕਟਰ ਸਾਹਿਬ, ਕੰਪਿਊਟਰ ਦਾ ਕੀ ਇੰਪੋਰਟੈਂਸ ਹੈ ਉਹਦੀ, ਇਹਦੇ ਬਾਰੇ ਤਾਂ ਅੱਜ ਕੱਲ੍ਹ ਹਰ ਕੋਈ ਅਵੇਅਰ ਹੈ, ਪਰ ਇਹਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਅ ਆ ਰਿਹਾ ਅਤੇ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਕਿ ਉਹਦੇ ਬਾਰੇ ਦੇ ਵਿੱਚ ਜਾਣਨਾ ਹਰ ਆਮ ਵਿਅਕਤੀ ਲਈ ਸ਼ਾਇਦ ਓਨਾ ਸੰਭਵ ਨਹੀਂ ਹੈ। ਤੁਸੀਂ ਇੱਕ ਐਕਸਪਰਟ ਦੇ ਤੌਰ 'ਤੇ ਦੱਸੋ ਕਿ ਜਿਹੜੇ ਕੰਪਿਊਟਰ ਦੇ ਖੇਤਰ ਵਿੱਚ ਨਵੇਂ ਫੀਲਡਸ ਜਿਹੜੇ ਅੱਜ ਮਰਜ ਹੋਏ ਨੇ, ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਜਾਂ ਜਿਨ੍ਹਾਂ ਦੀ ਲੋੜ ਹੈ, ਉਹ ਕਿਹੜੇ ਨੇ? ਕੰਪਿਊਟਰ ਹਰ ਦਿਨ ਇੱਕ ਨਵੀਂ ਖੋਜ ਕਰ ਰਿਹਾ। ਇਹਦੇ ਨਾਲ ਨਾ ਬਹੁਤ ਸਾਰੇ ਨਵੇਂ ਐਸਪੈਕਟਸ ਖੁੱਲ ਰਹੇ ਨੇ, ਜਿਵੇਂ ਕਿ ਅੱਜ ਕੱਲ ਬਹੁਤ ਡਿਮਾਂਡਿੰਗ ਚ ਨੇ ਡਾਟਾ ਸਾਇੰਸ ਹੋਇਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋਈ, ਮਸ਼ੀਨ ਲਰਨਿੰਗ ਹੋਈ, ਇੰਟਰਨੈਟ ਆਫ ਥਿੰਗਸ ਜਿਹਨੂੰ ਕਿ IoT ਕਹਿੰਦੇ ਆ, ਫਿਰ ਕਲਾਊਡ ਕੰਪਿਊਟਿੰਗ ਹੋਈ, ਬਲੌਕਚੇਨ ਹੋਈ। ਔਰ ਇਹ ਕੁਝ ਇਸ ਤਰ੍ਹਾਂ ਦੇ ਫੀਲਡ ਨੇ ਜਿਨ੍ਹਾਂ ਦੇ ਕਿ ਵੀ ਹਰ ਦੂਸਰੇ ਫੀਲਡ ਨੂੰ ਇਹ ਆਪਣੇ ਆਪ ਦੇ ਵਿੱਚ ਮਰਜ ਕਰ ਰਹੇ ਨੇ। ਜੇ ਮੈਂ ਫਾਈਨਾਂਸ ਦੇ ਵਿੱਚ ਗੱਲ ਕਰਾਂ ਤਾਂ ਉਹਦੇ 'ਚ ਡਾਟਾ ਸਾਇੰਸ ਦੀ ਬਹੁਤ ਵੱਡਾ ਰੋਲ ਹੈ। ਜੇ ਮੈਂ ਕਾਮਰਸ ਦੇ ਵਿੱਚ ਗੱਲ ਕਰ ਰਹਾ ਤਾਂ ਉਹਦੇ 'ਚ ਮਸ਼ੀਨ ਲਰਨਿੰਗ ਦੀ ਬਹੁਤ ਵੱਡਾ ਰੋਲ ਹੈ। ਜੇ ਮੈਂ ਹੈਲਥ ਸਾਇੰਸਿਸ ਦੀ ਗੱਲ ਕਰਾਂ ਤਾਂ ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅੱਜ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ। ਜੇ ਮੈਂ RBI ਦੇ ਵਿੱਚ ਬੈਂਕਿੰਗ ਦੀ ਗੱਲ ਕਰਾਂ ਨਾ, ਤੇ ਉਹਦੇ 'ਚ ਵੀ ਗਵਰਨਮੈਂਟ ਜਿਹੜੀ ਹੈ ਇਸ ਬਲੌਕਚੇਨ ਟੈਕਨੋਲੋਜੀ ਨੂੰ ਲੈ ਕੇ ਇੱਕ ਨਵਾਂ ਰੁਪਏ ਜਿਹੜਾ ਉਹ ਲਾਂਚ ਕਰਨ ਜਾ ਰਹੀ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵੀ ਇਹ ਕੁਝ ਇਸ ਤਰ੍ਹਾਂ ਦੇ ਫੀਲਡ ਨੇ ਜਿਹਨੂੰ ਕਿ ਹਰ ਦੂਸਰਾ ਕੰਪਿਊਟਰ ਨੂੰ ਯੂਜ਼ ਕਰਕੇ ਇੱਕ ਨਵੀਆਂ ਉਚਾਈਆਂ ਜਿਹੜੀਆਂ ਨੇ ਉਹ ਸਾਡਾ ਦੇਸ਼ ਜਿਹੜਾ ਉਹ ਛੂ ਰਿਹਾ। ਤੋ ਇਸ ਜਿੰਨੇ ਵੀ ਫੀਲਡ ਮੈਂ ਦੱਸ ਰਿਹਾ, ਮਸ਼ੀਨ ਲਰਨਿੰਗ, AI, IoT, ਬਲੌਕਚੇਨ, ਕਲਾਊਡ ਕੰਪਿਊਟਿੰਗ ਜਾਂ ਡਾਟਾ ਸਾਇੰਸਿਸ, ਇਹ ਅੱਜ ਦੀ ਤਰੀਕ ਵਿੱਚ ਕੰਪਿਊਟਰ ਸਾਇੰਸ ਦੀ ਜਿਹੜੀ ਹੈ ਉਹ ਫਿਊਚਰ ਨੂੰ ਲੈ ਕੇ ਉੱਭਰ ਰਹੇ। ਅੱਛਾ, ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਥੋੜ੍ਹਾ ਜਿਹਾ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸ ਦਿਓ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੁੰਦੀ ਕੀ ਹੈ ਅਤੇ ਇਹਦੇ ਵਿੱਚ ਕੀਤਾ ਕੀ ਜਾਂਦਾ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ ਵਰਡ ਤੇ ਮਤਲਬ ਲਈਏ, ਇੰਟੈਲੀਜੈਂਸ ਮੀਨ ਇੱਕ ਇੰਟੈਲੀਜੈਂਟ ਬੰਦਾ, ਔਰ ਉਹਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਟ ਕੀਤਾ ਗਿਆ। ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਵੀ ਤੁਸੀਂ ਕੋਈ ਸਾਈਟ ਖੋਲਦੇ ਹੋ ਤਾਂ ਉਸ ਸਾਈਟ ਦੇ ਵਿੱਚ ਤੁਹਾਡੀਆਂ ਜਿਹੜੀਆਂ ਨੇ ਇੱਕ ਐਡਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ, ਹੈ ਨਾ। ਤੁਸੀਂ ਉਹ ਜ਼ਰੂਰ ਧਿਆਨ ਰੱਖੋ ਕਿ ਜਿਹੜੀਆਂ ਸਾਈਟ ਤੇ ਐਡਸ ਆ ਰਹੀਆਂ ਨੇ ਉਹ ਉਹੀ ਐਡਸ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਕਿਸੇ ਸ਼ਾਪਿੰਗ ਸਾਈਟ ਤੇ ਜਾ ਕੇ ਕੁਝ ਸਰਚ ਕਰ ਰਹੇ ਸੀਗੇ। ਬਿਲਕੁਲ ਐਵੇਂ ਲੱਗਦਾ ਕਿ ਅਸੀਂ ਹੈਰਾਨ ਹੁੰਦੇ ਹਾਂ ਕਿ ਸਾਡੇ ਕੋਲ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਅਸੀਂ ਕੀ ਸਰਚ ਕਰਨਾ ਚਾਹੁੰਦੇ ਹਾਂ, ਅਸੀਂ ਕੀ ਸਰਚ ਕਰ ਰਹੇ ਹਾਂ ਨਾ। ਇਹ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਉਹ ਤੁਹਾਡੇ ਕੰਪਿਊਟਰ ਸਿਸਟਮ ਦੇ ਵਿੱਚ ਜਾ ਕੇ ਉਹ ਤੁਹਾਡੀ ਜੋ ਵੀ ਤੁਸੀਂ ਸਰਚ ਕਰ ਰਹੇ ਹੋ, ਅਸੀਂ ਉਹਨੂੰ ਕੈਸ਼ ਕਰਨੇ ਆ। ਕੈਸ਼ ਦੇ ਵਿੱਚ ਜਾ ਕੇ ਤੁਹਾਡੀ ਉਹ ਸਰਚ ਕਰ ਲੈਂਦੇ ਨੇ ਵੀ ਤੁਸੀਂ ਕੀ ਹੁਣ ਕਿਹੜੀ ਸਾਈਟ ਜਿਹੜੀ ਆ ਉਹ ਯੂਜ਼ ਕੀਤੀ, ਔਰ ਉੱਥੇ ਜਾ ਕੇ ਕਿਹੜਾ ਪ੍ਰੋਡਕਟ ਤੁਸੀਂ ਦੇਖਿਆ। ਫਿਰ ਜਦੋਂ ਵੀ ਤੁਸੀਂ ਹੋਰ ਕੋਈ ਸਾਈਟ ਖੋਲਦੇ ਹੋ, ਸਪੋਜ਼ ਦਾ ਤੁਸੀਂ ਪੜ੍ਹਨ ਦੇ ਲਈ YouTube ਹੀ ਖੋਲ ਲਈ ਜਾਂ ਤੁਸੀਂ ਪੜ੍ਹਨ ਦੇ ਲਈ ਗੂਗਲ ਦੇ ਵਿੱਚ ਕੋਈ ਵੀ ਵੈਬਸਾਈਟ ਖੋਲ ਲਈ, ਤਾਂ ਉਹਦੇ ਸਾਈਟ ਦੇ ਉੱਪਰ ਐਡਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਤੁਸੀਂ ਮੰਤਰਾ 'ਤੇ ਜਾ ਕੇ ਇਹ ਚੀਜ਼ ਸਰਚ ਕੀਤੀ ਸੀ, ਤੁਸੀਂ ਫਲਿੱਪਕਾਰਟ 'ਤੇ ਜਾ ਕੇ ਇਹ ਵਾਲਾ ਮੋਬਾਈਲ ਦੇਖਿਆ ਸੀ, ਤੁਸੀਂ ਐਮਾਜ਼ੋਨ 'ਤੇ ਜਾ ਕੇ ਇਹ ਦੇਖਿਆ ਸੀ। ਉਹਦੇ ਨਾਲ ਦੇ ਹੋਰ ਪ੍ਰੋਡਕਟ ਜਿਹੜੇ ਨੇ ਤੁਹਾਨੂੰ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ। ਉਹ ਇਹ ਸਾਰੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਹੈ ਵੀ ਜੇ ਤੁਹਾਡੇ ਸਿਸਟਮ ਨੂੰ ਇੱਕ ਇੰਟੈਲੀਜੈਂਟ ਬਣਾਇਆ ਜਾ ਰਿਹਾ, ਜਿਹਦੇ ਨਾਲ ਕਿ ਤੁਸੀਂ ਹੋਰ ਉਹਦੇ ਵੱਲ ਅਟਰੈਕਟ ਹੋਵੋ ਤਾਂ ਕਿ ਤੁਸੀਂ ਉਹਨਾਂ ਦੇ ਪ੍ਰੋਡਕਟ ਨੂੰ ਹੋਰ ਖਰੀਦ ਸਕੋ। ਉਹ ਤੁਹਾਨੂੰ ਇੱਕ ਪ੍ਰਭਾਵਿਤ ਕਰਦੇ ਨੇ ਇਹਨਾਂ ਚੀਜ਼ਾਂ ਦੇ ਨਾਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਹੋ ਰਹੀਆਂ ਨੇ। ਜਾਂ ਮੈਂ ਕਹਾਂ ਕਿ ਤੁਹਾਡੀ ਵਾਸ਼ਿੰਗ ਮਸ਼ੀਨ ਹੈ, ਵਾਸ਼ਿੰਗ ਮਸ਼ੀਨ ਦੇ ਵਿੱਚ ਤੁਸੀਂ ਨੌਬ ਨੂੰ ਪ੍ਰੈਸ ਕੀਤਾ ਕਿ ਵੀ 30 ਮਿੰਟਸ ਬਾਅਦ ਉਹਨੇ ਆਫ ਹੋ ਜਾਣਾ ਵਾ। ਦੈਟ ਇਜ਼ ਜੇ ਕੋਈ ਪ੍ਰੋਬਲਮ ਆ ਗਈ ਤਾਂ ਉਹਨੇ ਪਹਿਲਾਂ ਹੀ ਆਫ ਹੋਣਾ ਵਾ। ਦੈਟ ਇਜ਼ ਥਰੂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੁੰਦੀ। ਉਹਨੂੰ ਪ੍ਰੋਗਰਾਮ ਕੀਤਾ ਗਿਆ ਤਾਂ ਕਿ ਵੀ ਜਦੋਂ ਵੀ ਕੋਈ ਪ੍ਰੋਬਲਮ ਆਵੇ ਤਾਂ ਤੂੰ ਆਪਣੇ ਆਪ ਆਫ ਹੋ ਜਾਣਾ ਵਾ। ਸੋ ਇਹ ਕੁਝ ਐਪਲੀਕੇਸ਼ਨਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ। ਜਾਂ ਮੈਂ ਇੱਕ IoT ਦੀ ਐਪਲੀਕੇਸ਼ਨ ਲਵਾਂ, ਤੁਸੀਂ ਆਪਣੇ ਮੋਬਾਈਲ ਦੇ ਥਰੂ ਘਰ ਬੈਠੇ ਹੀ ਆਪਣਾ AC ਔਨ ਕਰ ਪਾ ਰਹੇ ਹੋ। ਅੱਜ ਤੁਸੀਂ ਆਪਣੇ ਮੋਬਾਈਲ ਦੇ ਥਰੂ ਹੀ ਆਪਣੀਆਂ ਘਰ ਦੀਆਂ ਲਾਈਟਸ ਜਿਹੜੀਆਂ ਨੂੰ ਸਵਿਚ ਆਫ ਕਰ ਪਾ ਰਹੇ ਹੋ। ਦਿਸ ਇਜ਼ ਐਨ ਐਪਲੀਕੇਸ਼ਨ, ਕਹੀਏ ਨੂੰ IoT ਦੀ ਇੱਕ ਐਪਲੀਕੇਸ਼ਨ ਹੈ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਐਪਲੀਕੇਸ਼ਨ ਜਿਹੜੀਆਂ ਸਾਡੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਇਹਨਾਂ ਫੀਲਡ ਤੋਂ ਉੱਭਰ ਕੇ ਹੀ ਆ ਰਹੀਆਂ ਨੇ। ਅੱਛਾ, ਬਾਕੀ ਫੀਲਡਸ ਦੇ ਵਿੱਚ ਵੀ ਤੁਸੀਂ ਕੰਪਿਊਟਰ ਦੇ ਰੋਲ ਦੀ ਗੱਲ ਕੀਤੀ ਹੈ। ਹੈਲਥ ਦਾ ਫੀਲਡ ਹੋਇਆ, ਫਾਈਨਾਂਸ ਦਾ ਫੀਲਡ ਹੋਇਆ, ਹੋਰ ਬਹੁਤ ਸਾਰੇ ਫੀਲਡ ਨੇ। ਮੇਰਾ ਖਿਆਲ ਹੈ ਕੋਈ ਇਹੋ ਜਿਹਾ ਫੀਲਡ ਨਹੀਂ ਹੈਗਾ ਜਿਹੜਾ ਕਿ ਕੰਪਿਊਟਰ ਤੋਂ ਵਿਹੂਣਾ ਹੋਵੇ, ਜਿੱਥੇ ਕਿ ਕੰਪਿਊਟਰ ਨਾ ਮਿਲਦਾ ਹੋਵੇ। ਤਾਂ ਕੰਪਿਊਟਰ ਕਿਵੇਂ
ਸਹਾਈ ਹੋ ਰਿਹਾ ਹੈ ਇਹਨਾਂ ਫੀਲਡਸ ਦੇ ਵਿੱਚ, ਇਹਨਾਂ ਫੀਲਡਸ ਨੂੰ ਅੱਗੇ ਵਧਾਉਣ ਦੇ ਵਿੱਚ? ਕੰਪਿਊਟਰਸ ਜਿਹੜਾ ਉਹ ਆਪਣੀ ਇੰਟੈਲੀਜੈਂਸ ਆ ਕਰੀਏ, ਆਪਣੀ ਪਾਵਰ ਮੀਨਸ ਉਹਦੀ ਪ੍ਰੋਸੈਸਿੰਗ ਪਾਵਰ ਇੰਨੀ ਹੈ ਕਿ ਤੁਸੀਂ ਜਿਹੜੀ ਇੱਕ ਸੈਕਿੰਡ 'ਚ ਚੀਜ਼ ਸੋਚ ਰਹੇ ਹੋ ਉਹ ਮਾਈਕਰੋ ਸੈਕਿੰਡ ਦੇ ਵਿੱਚ ਉਹ ਤੁਹਾਨੂੰ ਜਿਹੜੀ ਆ ਉਹ ਸ਼ੋਅ ਕਰਕੇ ਦੇ ਰਿਹਾ। ਜਿਵੇਂ ਤੁਸੀਂ ਅੱਜ ਕੋਵਿਡ ਦੇ ਵਿੱਚ ਨਿਕਲ ਕੇ ਆਇਆ ਸਾਡਾ ਦੇਸ਼, ਤਾਂ ਉਹ ਸਾਨੂੰ ਦੱਸ ਰਿਹਾ ਹੈ ਕਿ ਵੀ ਅਗਲੇ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਦੀ ਸੰਖਿਆ ਜਿਹੜੀ ਇੰਨੀ ਵੱਧ ਜਾਏਗੀ। ਦੈਟ ਇਜ਼ ਥਰੂ ਉਹਦਾ ਫੀਲਡ ਆਫ ਡਾਟਾ ਸਾਇੰਸਿਸ। ਵੀ ਅਸੀਂ ਪ੍ਰੋਜੈਕਸ਼ਨ ਕਰ ਪਾ ਰਹੇ ਹਾਂ ਆਪਣੀ, ਵੀ ਅਸੀਂ ਕਿੱਥੇ ਕਿੱਥੇ ਅਖਤਿਆਤ ਵਰਤਣਾ ਵਾ, ਕਿਹੜੀ ਸਟੇਟ ਵਿੱਚ ਸਾਡੇ ਜਿਹੜੇ ਨੇ ਜ਼ਿਆਦਾ ਕੋਵਿਡ ਪੇਸ਼ੈਂਟ ਆ ਰਹੇ ਨੇ, ਕਿਹੜੀ ਸਟੇਟ ਦੇ ਵਿੱਚ ਜਿਹੜੀ ਹੈ ਹੈਲਥ ਕੇਅਰ ਦੀ ਜਿਹੜੀ ਆ ਜ਼ਿਆਦਾ ਜ਼ਰੂਰਤ ਆ ਸਾਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡਾ ਇਹ ਕੰਪਿਊਟਰ ਦੇ ਥਰੂ ਹੀ ਅਸੀਂ ਇਹ ਜਿਹੜਾ ਉਹ ਸਹਾਈ ਕਰ ਰਿਹਾ ਸਾਨੂੰ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ ਜੇ ਗੱਲ ਕਰੀਏ ਕਿ ਕੰਪਿਊਟਰ ਦਾ ਫੀਲਡ ਹੈ ਨੈਚੁਰਲੀ ਵੱਧ ਰਿਹਾ ਹੈ, ਪਰ ਹੁਣ ਕੰਪਿਊਟਰ ਸਾਇੰਸ ਜਾਂ ਟੈਕਨੋਲੋਜੀ ਦੇ ਵਿੱਚ ਜਾਂ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਕਿਹੋ ਜਿਹੀਆਂ ਜੌਬਸ ਨੇ ਜਿਹੜੀਆਂ ਵਿਦਿਆਰਥੀਆਂ ਦੇ ਲਈ ਉਪਲਬਧ ਨੇ? ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਅੱਜ ਗਵਰਨਮੈਂਟ ਵੀ ਜਿਹੜੀ ਆ ਉਹ ਜੌਬਸ ਦੇਣੀਆਂ ਸ਼ੁਰੂ ਕਰਤੀਆਂ। ਅੱਜ ਤੋਂ 10-15 ਸਾਲ ਪਹਿਲਾਂ ਤੋਂ ਗਵਰਨਮੈਂਟ ਨੇ ਸਪੈਸੀਫਿਕ ਜੌਬ ਜਿਹੜੀਆਂ ਨੇ ਕੰਪਿਊਟਰਸ ਇੰਜੀਨੀਅਰਸ ਲਈ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਪਰ ਸਾਰਾ ਹੀ ਕੰਪਿਊਟਰ ਦਾ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਗਵਰਨਮੈਂਟ ਨੂੰ ਵੀ ਜਿਹੜੀ ਆ ਜ਼ਰੂਰਤ ਹੈ ਕੰਪਿਊਟਰ ਦੇ ਥਰੂ ਸਾਰੇ ਕੰਮ ਕਰਨ ਦੇ ਲਈ। ਤਾਂ ਉਹਦੇ ਲਈ ਕੰਪਿਊਟਰਸ ਇੰਜੀਨੀਅਰਸ ਜਿਹੜੇ ਨੇ ਰੱਖੇ ਜਾ ਰਹੇ ਨੇ। ਉਹਨਾਂ ਦੇ ਜੌਬ ਡੈਜਿਗਨੇਸ਼ਨ ਕੁਛ ਇਸ ਤਰ੍ਹਾਂ ਦੀਆਂ ਉਹਨਾਂ ਨੇ ਬਣਾਈਆਂ। ਹੁਣ ਕੰਪਿਊਟਰ ਪ੍ਰੋਗਰਾਮਰ ਹੋਇਆ, ਸਿਸਟਮ ਐਨਾਲਿਸਟ ਹੋਇਆ, ਫਿਰ ਨੈਟਵਰਕ ਇੰਜੀਨੀਅਰ ਹੋਇਆ, ਸਪੈਸ਼ਲਾਈਜ਼ਡ ਆਫਿਸਰ ਬੈਂਕਿੰਗ ਸਰਵਿਸਿਜ਼ ਦੇ ਵਿੱਚ ਜਿਹੜੇ ਹੋਏ। ਉਹ ਹਰ ਬੈਂਕ ਜਿਹੜਾ ਇੱਕ IT PO ਰੱਖ ਰਿਹਾ। ਤਾਂ ਇਸ ਤਰ੍ਹਾਂ ਹਰ ਜਿਹੜੀ ਡਿਪਾਰਟਮੈਂਟ ਵਿੱਚ ਉਹ ਜਿਹੜਾ ਇਸ ਤਰ੍ਹਾਂ ਦੇ ਕੁਛ ਜੌਬ ਪ੍ਰੋਫਾਈਲ ਜਿਹੜੀਆਂ ਨੇ ਉਹ ਫਿਕਸ ਕੀਤੀਆਂ ਜਾ ਰਹੀਆਂ ਨੇ ਗਵਰਨਮੈਂਟ ਵੱਲੋਂ ਵੀ। ਅਤੇ ਜੇ ਆਪਾਂ ਪ੍ਰਾਈਵੇਟ 'ਚ ਚਲੇ ਜਾਈਏ ਤਾਂ ਉਹਨਾਂ ਦੇ ਡੈਜਿਗਨੇਸ਼ਨ ਤਾਂ ਨਹੀਂ, ਬਟ ਦੇਰ ਆਰ ਹੁਣ ਹਰ ਕੰਪਿਊਟਰ ਇੰਡਸਟਰੀ ਦੇ ਵਿੱਚ ਜਿਹੜੀਆਂ ਨੇ ਨੰਬਰ ਆਫ ਜੌਬ ਜਿਹੜੀਆਂ ਨੇ ਅਵੇਲੇਬਲ ਨੇ। ਕੰਪਿਊਟਰ ਸਾਇੰਸ ਦੇ ਵਿੱਚ ਕਿਸ ਤਰ੍ਹਾਂ ਦੇ ਕੋਰਸਿਸ ਜਿਹੜੇ ਉਪਲਬਧ ਨੇ? ਕਿਹੜੇ ਲੈਵਲ ਤੋਂ ਬਾਅਦ ਹੈ ਕੰਪਿਊਟਰ ਦੇ ਕੋਰਸਿਸ ਕੀਤੇ ਜਾ ਸਕਦੇ ਨੇ? ਕਿਉਂਕਿ ਪਹਿਲਾਂ ਅਸੀਂ ਸਿਰਫ ਇੰਜੀਨੀਅਰਿੰਗ ਦੇ ਬਾਰੇ ਦੇ ਵਿੱਚ ਸੁਣਦੇ ਹੁੰਦੇ ਸੀਗੇ ਜਾਂ ਵੱਧ ਤੋਂ ਵੱਧ BCA ਵਗੈਰਾ ਦੇ ਬਾਰੇ 'ਚ ਸੁਣਿਆ ਜਾਂਦਾ ਹੈ। ਤਾਂ ਹੁਣ ਜਿਹੜੇ ਅੱਜ ਕੱਲ੍ਹ ਕੋਰਸਿਸ ਜਿਹੜੇ ਚੱਲ ਰਹੇ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਮੈਂ 10th ਤੋਂ ਬਾਅਦ ਸ਼ੁਰੂ ਕਰਦਾ ਜੀ। ਅੱਜ 10th ਦੇ ਵਿੱਚ ਵੀ ਜਿਹੜੇ ਨੇ ਅਸੀਂ ਕੁਛ ਸਬਜੈਕਟ ਜਿਹੜੇ ਨੇ ਨਾ ਬੱਚਿਆਂ ਨੂੰ ਕੰਪਿਊਟਰ ਦੇ ਪੜ੍ਹਾਏ ਜਾ ਰਹੇ ਨੇ। ਤੋ ਬੱਚਿਆਂ ਨੂੰ ਸ਼ੁਰੂ ਕਰਦੇ ਨੇ 6-7 ਤੋਂ ਇੱਕ ਬੇਸਿਕ ਜਿਹਾ ਸ਼ੁਰੂ ਕਰ ਲੈਂਦੇ ਨੇ ਕੰਪਿਊਟਰ, ਫਿਰ 10th ਤੱਕ ਬੇਸਿਕਸ ਜਿਹੜੇ ਨੇ ਕੰਪਲੀਟ ਕਰਦੇ ਨੇ। 10th ਤੋਂ ਬਾਅਦ ਫਿਰ ਕੁਝ ਡਿਪਲੋਮਾ ਕੋਰਸਿਸ ਜਿਹੜੇ ਨੇ ਆਪਣੇ ਡਿਪਲੋਮਾ ਕਾਲਜਿਸ ਵਿੱਚ ਚੱਲਦੇ ਨੇ। ਫਿਰ ਆਪਾਂ ਗ੍ਰੈਜੂਏਟ ਦੀ ਗੱਲ ਕਰ ਲਈਏ ਜਿਹਦੇ 'ਚ ਕਿ BCA ਹੋਈ, BSc ਹੋਈ, BTech ਹੋਈ। ਔਰ BTech ਵੀ ਇੱਕ ਨਹੀਂ, ਅੱਗੇ BTech ਕੰਪਿਊਟਰ ਸਾਇੰਸ ਹੁੰਦੀ ਸੀ, ਹੁਣ BTech ਦੇ ਵਿੱਚ ਵੀ ਜਿਹੜੇ ਸਪੈਸ਼ਲਾਈਜ਼ ਕੰਪਿਊਟਰ ਦੇ ਨੇ ਨਾ ਬਹੁਤ ਜ਼ਿਆਦਾ ਕੋਰਸਿਸ ਸ਼ੁਰੂ ਹੋ ਗਏ। ਜਿਵੇਂ BTech ਇਨ ਡਾਟਾ ਸਾਇੰਸਿਸ, BTech ਇਨ AI, BTech ਇਨ ਮਸ਼ੀਨ ਲਰਨਿੰਗ, ਪਲੱਸ BTech ਇਨ AI ਐਂਡ ਮਸ਼ੀਨ ਲਰਨਿੰਗ, BTech ਵਿਦ ਕੰਪਿਊਟਰ ਸਾਇੰਸ ਇਨ ਸਾਈਬਰ ਸਿਕਿਉਰਿਟੀ, ਜਿਸ 'ਚ ਕਿ ਅਸੀਂ ਸਿਕਿਉਰਿਟੀਜ਼ ਦੇ ਨਾਲ ਜਿਹੜਾ ਵਾ ਉਹ ਸਾਰਾ ਕੁਝ ਟੀਚ ਕੀਤਾ ਜਾਂਦਾ। ਇਸ ਤਰ੍ਹਾਂ ਦੇ ਬੜੇ ਮਲਟੀਪਲ ਕੋਰਸਿਸ ਜਿਹੜੇ ਨੇ ਐਜ਼ ਪਰ ਦਾ ਡਿਮਾਂਡ ਆਫ ਦਾ ਮਾਰਕੀਟ ਉਹ ਜਿਹੜੇ ਨੇ ਸ਼ੁਰੂ ਕੀਤੇ ਗਏ ਨੇ। ਤੋ ਇਹਦੇ 'ਚ ਹੁਣ ਇੰਨੀ ਜ਼ਿਆਦਾ ਓਪਰਚੁਨਿਟੀਜ਼ ਹੋ ਗਈਆਂ ਕਿ ਵੀ ਹਰ ਇੱਕ ਕੋਰਸ ਦੇ ਨਾਲ ਉਹਨਾਂ ਨੇ ਸਪੈਸ਼ਲਾਈਜੇਸ਼ਨ ਜਿਹੜੀਆਂ ਨੇ ਉਹ ਗ੍ਰੈਜੂਏਸ਼ਨ ਲੈਵਲ ਤੋਂ ਹੀ ਸ਼ੁਰੂ ਕਰਤੀਆਂ। ਫਿਰ ਉਸ ਤੋਂ ਬਾਅਦ ਸੁਪਰ ਸਪੈਸ਼ਲਾਈਜੇਸ਼ਨ ਅਸੀਂ ਗੱਲ ਕਰੀਏ ਤਾਂ MTechs ਦੇ ਵਿੱਚ ਜਿਹੜੀਆਂ ਨੇ ਉਹ ਸਪੈਸ਼ਲਾਈਜ਼ਡ MTechs ਨੇ। MTech ਇਨ ਡਾਟਾ ਸਾਇੰਸਿਸ ਹੋ ਗਈਆਂ, MTech ਇਨ ਸਾਈਬਰ ਸਿਕਿਉਰਿਟੀ ਹੋ ਗਈ, MTech ਇਨ ਮਸ਼ੀਨ ਲਰਨਿੰਗਸ ਹੋ ਗਈਆਂ। ਇਹ ਸਾਰੇ ਕੋਰਸਿਸ ਜਿਹੜੇ ਨੇ ਬੜੇ ਮਲਟੀਪਲ ਕੋਰਸਿਸ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਨੇ। ਇਹ ਸਾਰੇ ਕੋਰਸਿਸ ਜਿਹੜੇ ਨੇ ਤੁਹਾਨੂੰ ਕਈ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਜੀ ਥੋੜ੍ਹਾ ਜਿਹਾ ਉਹ ਵਾਲੇ ਗਵਰਨਮੈਂਟ ਇੰਸਟੀਚਿਊਟਸ ਬਾਰੇ ਵੀ ਦੱਸ ਦਿਓ ਸਾਡੇ ਸਰੋਤਿਆਂ ਨੂੰ, ਤਾਂ ਕਿ ਜੇਕਰ ਕੋਈ ਉੱਥੇ ਐਡਮਿਸ਼ਨ ਲੈਣਾ ਚਾਹੇ ਤਾਂ ਥੋੜ੍ਹਾ ਉਹਨੂੰ ਜਾਣਕਾਰੀ ਮਿਲ ਸਕੇ। ਹਾਂ, ਗਵਰਨਮੈਂਟ ਇੰਸਟੀਚਿਊਟ ਵੀ ਜੇ ਤੁਸੀਂ BTech ਦੇ ਥਰੂ ਐਡਮਿਸ਼ਨ ਲੈਣਾ ਵਾ ਨਾ, ਇੱਕ ਤਾਂ ਤੁਹਾਨੂੰ ਉੱਥੇ JEE ਜਿਹੜਾ ਮੇਨ ਤੇ JEE ਐਡਵਾਂਸ ਜੀ 1-2 ਐਗਜ਼ਾਮਸ ਨੇ। ਪਹਿਲਾਂ ਤੁਹਾਨੂੰ JEE ਮੇਨ ਕਲੀਅਰ ਕਰਨਾ ਪਏਗਾ, ਫਿਰ ਜੇ ਤੁਸੀਂ IIT ਦੇ ਵਿੱਚ ਐਡਮਿਸ਼ਨ ਲੈਣਾ ਵਾ ਤਾਂ ਦੈਨ ਤੁਹਾਨੂੰ JEE ਐਡਵਾਂਸ ਕਰਨਾ ਪਏਗਾ ਜੀ। ਠੀਕ ਹੈ। ਗਵਰਨਮੈਂਟ ਦੇ ਜਿਹੜੇ ਕੁਝ ਇੰਸਟੀਚਿਊਟ ਨੇ ਜਿਵੇਂ IITs ਹੋਈਆਂ, NITs ਹੋਏ, IIIT ਹੋਏ, ਸੈਂਟਰ ਯੂਨੀਵਰਸਿਟੀਜ਼ ਹੋਈਆਂ, ਇਹਨਾਂ ਸਾਰੇ ਜਿਹੜੇ ਨੇ ਆਲ ਇੰਡੀਆ ਲੈਵਲ ਤੇ ਜਿਹੜੇ ਐਗਜ਼ਾਮ ਹੁੰਦਾ ਉਹਨੂੰ ਕਹਿੰਦੇ JEE ਮੇਨਸ ਤੇ JEE ਐਡਵਾਂਸ। JEE ਮੇਨਸ ਨਾਲ ਤੁਸੀਂ NIT 'ਚ ਹੋਏ, IIITs ਹੋਈਆਂ, ਇਹਨਾਂ 'ਚ ਐਡਮਿਸ਼ਨ ਤੁਸੀਂ ਬੜੇ ਆਰਾਮ ਨਾਲ ਲੈ ਸਕਦੇ ਹੋ। ਜੇ ਤੁਸੀਂ IIT 'ਚ ਐਡਮਿਸ਼ਨ ਲੈਣੀ ਹੈ ਤਾਂ ਦੈਨ ਤੁਹਾਨੂੰ JEE ਐਡਵਾਂਸ ਜਿਹੜਾ ਵਾ ਉਹ ਕਲੀਅਰ ਕਰਨਾ ਪਏਗਾ ਜੀ। ਤੇ ਇਹਦੀਆਂ ਜਿਹੜੇ ਪੇਪਰਸ ਨੇ ਇਹ ਤੁਹਾਡੇ ਜਿਹੜੇ ਨੇ February-March ਦੇ ਵਿੱਚ ਜਿਹੜਾ ਪੇਪਰ ਇਹਨਾਂ ਦਾ ਹੋ ਜਾਂਦਾ ਵਾ ਤੇ ਐਡਵਰਟੀਜ਼ਮੈਂਟ ਜਿਹੜੀ ਇਹਨਾਂ ਦੀ January ਦੇ ਨੇੜੇ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜੀ। ਤੇ ਬੱਚੇ ਜਿਹੜੇ ਨੇ +2 ਜਿਨ੍ਹਾਂ ਨੇ ਕਿ ਨਾਨ ਮੈਡੀਕਲ 'ਚ ਕੀਤੀ ਹੋਈ ਹੈ +2 ਉਹ ਇਹਨਾਂ 'ਚ ਐਲੀਜੀਬਲ ਨੇ ਐਡਮਿਸ਼ਨ ਲੈਣ ਦੇ ਲਈ JEE ਦੇ ਥਰੂ ਇਨ IIT, ਇਨ NIT ਜਾਂ IIIT ਦੇ ਵਿੱਚ। ਇੱਥੇ BTech ਜਿਹੜੀਆਂ ਨੇ ਇਹ ਜਾ ਸਕਦੀਆਂ ਨੇ। ਤੇ ਇਸ ਤੋਂ ਬਾਅਦ ਫਿਰ ਜਿਹਨਾਂ ਨੇ BTech ਕਰ ਲਈ ਤਾਂ ਉਹਨਾਂ ਦੇ ਲਈ MTech ਜਿਹੜੀ ਹੈ ਉਹ ਕਰਨੀ ਹੈ ਤਾਂ ਦੈਨ ਫਿਰ ਉਹਦੇ ਲਈ ਪੇਪਰ ਆਉਂਦਾ ਆਲ ਇੰਡੀਆ ਲੈਵਲ ਤੇ ਗੇਟ ਇਨ ਕੰਪਿਊਟਰ ਸਾਇੰਸ।
ਤੇ ਇਹਨਾਂ ਇੰਸਟੀਚਿਊਟ ਵਿੱਚ ਹੀ ਇਹ ਗੇਟ ਦੇ ਨਾਲ ਜਿਹੜੀ ਆ ਉਹ ਆਪਾਂ ਐਡਮਿਸ਼ਨ ਲੈ ਸਕਦੇ। ਗੇਟ ਕਰਨ ਦਾ ਫਾਇਦਾ ਇਹ ਹੈ ਕਿ ਵੀ ਇਹਦੇ ਨਾਲ ਤੁਹਾਨੂੰ ਡਿਊਰਿੰਗ ਐਮਟੈਕ ਤੁਸੀਂ ਜਿਹੜੀ ਹੈ ਸਕਾਲਰਸ਼ਿਪ ਵੀ ਲੈ ਸਕਦੇ। ਜਿਨ੍ਹਾਂ ਨੇ ਗੇਟ ਕਲੀਅਰ ਕੀਤਾ ਉਹਨਾਂ ਨੂੰ AICTE ਦੇ ਥਰੂ ਜਿਹੜੀ ਆ 12,000 ਜਿਹੜੀ ਹੈ ਸਕਾਲਰਸ਼ਿਪ ਪਰ ਮੰਥ ਜਿਹੜੀ ਆ ਉਹ ਮਿਲ ਜਾਂਦੀ ਹੈ। ਤੇ ਮੈਂ ਸਾਰੇ ਬੱਚਿਆਂ ਨੂੰ ਜਿਹੜੇ ਵੀ ਇਹਨਾਂ ਚੀਜ਼ਾਂ ਦੀ ਤਿਆਰੀ ਕਰ ਰਹੇ ਨੇ ਜਾਂ BTech ਕਰ ਰਹੇ ਨੇ ਤੇ MTech ਕਰਨੀ ਚਾਹੁੰਦੇ ਨੇ ਉਹਨਾਂ ਨੂੰ ਐਡਵਾਈਸ ਕਰਾਂਗਾ ਕਿ ਵੀ ਇਹ ਗੇਟ ਦਾ ਐਗਜ਼ਾਮ ਜਿਹੜਾ ਵਾ ਉਹ ਜ਼ਰੂਰ ਦਿੱਤਾ ਜਾਵੇ, ਤਾਂ ਕਿ ਜਦੋਂ ਉਹਨਾਂ ਨੇ MTech ਕਰਨੀ ਹੈ ਤਾਂ ਤੁਹਾਨੂੰ ਇੰਡੀਪੈਂਡੈਂਟ ਹੋ ਕੇ ਜਿਹੜੀ ਆ ਉਹ MTech ਕਰ ਸਕਣ ਜੀ। ਕਿਉਂਕਿ ਪਰ ਮੰਥ ਜਿਹੜੀ ਸਕਾਲਰਸ਼ਿਪ 12,000 ਇੱਕ ਪੜ੍ਹਦੇ ਹੋਏ ਬੱਚੇ ਦੇ ਲਈ ਬਹੁਤ ਹੈ ਔਰ ਆਪਣੀ ਫੀਸ ਬੜੇ ਆਰਾਮ ਨਾਲ ਕੱਢ ਸਕਦਾ। ਅੱਛਾ, ਜਿਹੜੇ BTech ਦੀ ਤੁਸੀਂ ਗੱਲ ਕੀਤੀ ਕਿ +2 ਉਹਦੀ ਐਲੀਜੀਬਿਲਟੀ ਹੈ, ਤਾਂ +2 ਨਾਨ ਮੈਡੀਕਲ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਐਡਮਿਸ਼ਨ ਲੈਣ ਦੇ ਲਈ। ਅੱਛਾ, ਜਿਹੜੇ ਕੰਪਿਊਟਰ ਇੰਜੀਨੀਅਰਸ ਦੀ ਤੁਸੀਂ ਗੱਲ ਕੀਤੀ, ਤੇ ਕੰਪਿਊਟਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਜਿਹੜੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਜੌਬਸ ਨੇ ਜਿਹੜੀਆਂ ਉਪਲਬਧ ਨੇ? ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਆਪਾਂ ਲੈ ਕੇ ਡਿਵਾਈਡ ਕਰਕੇ ਚੱਲੀਏ। ਇੱਕ ਕਿ ਅਸੀਂ ਗਵਰਨਮੈਂਟ ਜੌਬ ਦੇ ਵਿੱਚ ਆ ਗਏ, ਇੱਕ ਪ੍ਰਾਈਵੇਟ ਜੌਬ। ਗਵਰਨਮੈਂਟ ਜੌਬ ਦੀ ਮੈਂ ਤੁਹਾਨੂੰ ਗੱਲ ਦੱਸਿਆ ਕਿ ਕਿਸ ਤਰ੍ਹਾਂ ਫੀਲਡ ਅਵੇਲੇਬਲ ਹੈ। ਉਹਨਾਂ ਦੇ ਵਿੱਚ ਜੇ ਅਸੀਂ ਜੌਬ ਲੈਣੀ ਹੈ ਦੈਨ ਪਬਲਿਕ ਸੈਕਟਰ ਯੂਨਿਟਸ ਜਿਹਨੂੰ ਅਸੀਂ ਕਹਿ ਲਈਏ ਕਿ NIC ਹੋਇਆ, ਅਰਗਨੈਟ ਹੋਇਆ, ਤੇ ਜਾਂ ਤੁਹਾਡੀ DIT ਹੋਈ, ਜਾਂ ਤੁਹਾਡਾ ਬਾਰਕ ਹੋਇਆ, ਬਾਬਾ ਅਟੋਮਿਕ ਰਿਸਰਚ ਸੈਂਟਰ ਹੋਇਆ, ਜਾਂ ਕੋਲ ਇੰਡੀਆ ਹੋਇਆ, ਇਹਨਾਂ ਸਾਰੇ ਦੇ ਵਿੱਚ ਜਿਹੜੀ ਹੈ ਜੌਬ ਜਿਹੜੀ ਆ ਮੋਸਟਲੀ MTech ਤੋਂ ਬਾਅਦ ਜਿਹੜੀ ਆ ਮਿਲਦੀ ਹੈ। ਬਟ ਕੁਝ ਅਦਾਰੇ ਨੇ ਜਿਵੇਂ ਰੇਲਵੇ ਹੋਇਆ ਜਾਂ ਉਹਨਾਂ ਦੇ BTech ਤੋਂ ਬਾਅਦ ਵੀ ਹੈ। ਇਹ ਸਾਰੇ ਹੀ ਜਿਹੜੇ ਨੇ ਆਪਣੀ ਐਡਵਰਟੀਜ਼ਮੈਂਟ ਟਾਈਮ ਦੇ ਟਾਈਮ ਐਜ਼ ਪਰ ਦੇਅਰ ਰਿਕੁਆਇਰਮੈਂਟ ਜਿੰਨੇ ਉਹਨਾਂ ਨੂੰ ਬੰਦੇ ਚਾਹੀਦੇ ਉਸ ਅਕੋਰਡਿੰਗਲੀ ਐਡਵਰਟੀਜ਼ਮੈਂਟ ਕੱਢਦੇ ਰਹਿੰਦੇ ਨੇ। ਉਹਦੇ ਥਰੂ ਜਿਹੜਾ ਵਾ ਬੱਚਿਆਂ ਦਾ ਜੇ ਤਾਂ MTech ਹੈ ਉਹਨੂੰ ਗੇਟ ਤੇ ਜੇ ਉਹਨੇ ਕਲੀਅਰ ਕੀਤਾ ਤਾਂ ਉਹਨੂੰ ਗੇਟ ਦੇ ਨੰਬਰ ਦੇ ਅਕੋਰਡਿੰਗਲੀ ਜਿਹੜੀ ਆ ਉਹਨੂੰ ਜੌਬ ਮਿਲ ਜਾਂਦੀ ਹੈ। ਨਹੀਂ ਤਾਂ ਉਹ ਆਪਣਾ ਇੱਕ ਨੈਸ਼ਨਲ ਲੈਵਲ ਦਾ ਟੈਸਟ ਰੱਖ ਕੇ ਉਹਦੇ ਥਰੂ ਵੀ ਆ ਬੱਚੇ ਜਿਹੜੇ ਸ਼ਾਰਟਲਿਸਟ ਕਰਦੇ ਨੇ। ਜਾਂ ਅਸੀਂ BTech ਤੋਂ ਬਾਅਦ ਇੱਕ ਜੂਨੀਅਰ ਇੰਟਰਨਸ਼ਿਪਸ ਹੁੰਦੀਆਂ ਨੇ, ਉਹ ਵੀ ਜਿਹੜੀ ਆ ਬਾਕ ਜਿਹੜੀ ਆ ਉਹ ਦਿੰਦੀ ਹੈ, ਜਿਵੇਂ ਕੋਲ ਇੰਡੀਆ ਵੀ ਦਿੰਦੀ ਆ, ਰੇਲਵੇ ਵੀ ਦਿੰਦੀ ਹੈ। ਤਾਂ ਉਹਦੇ ਵਿੱਚ ਵੀ ਆਪਾਂ ਜਿਹੜਾ ਵਾ ਬੱਚੇ ਜਿਹੜੇ ਨੇ ਉਹਦੇ BTech ਤੋਂ ਬਾਅਦ ਵੀ ਜਿਹੜੇ ਨੇ ਉਹ ਉੱਥੇ ਜੌਬ ਲੈ ਸਕਦੇ ਨੇ ਆਪਣੀਆਂ। ਤੇ ਜੇ ਪ੍ਰਾਈਵੇਟ ਖੇਤਰ ਦੀ ਗੱਲ ਕਰੀਏ ਤੇ ਉਹਦੀ ਕੋਈ ਲਿਮਿਟ ਨਹੀਂ ਹੈ। ਨੰਬਰ ਆਫ ਡੈਜ਼ਿਗਨੇਸ਼ਨ ਜਿਹੜੀਆਂ ਨੇ ਅਵੇਲੇਬਲ ਨੇ। ਅਸੀਂ ਇਹ ਲੈ ਕੇ ਚੱਲੀਏ ਕਿ ਜਿਹੜਾ ਸਟਾਰਟਿੰਗ ਹੈ ਉਹ 25,000 ਜਿਹੜਾ ਬੱਚਾ ਉਹ ਕਮਾ ਸਕਦਾ ਜੋ BTech ਕੀਤੀ ਉਹਨੇ ਤਾਂ। ਬਟ ਉਹਦੀ ਰਿਕੁਆਇਰਮੈਂਟ ਉਹਨਾਂ ਦੀ ਇਹੀ ਹੈ ਪ੍ਰਾਈਵੇਟ ਜੌਬ ਦੇ ਵਿੱਚ ਕਿ ਬੱਚੇ ਨੂੰ ਸਕਿੱਲ ਜਿਹੜੀ ਆ ਉਹ ਅੱਛੀ ਤਰ੍ਹਾਂ ਜਿਹੜੀ ਆ ਉਹ ਆਉਣੀ ਚਾਹੀਦੀ ਹੈ। ਅੱਜ ਦੀ ਡਿਮਾਂਡ ਜਿਹੜੀ ਆ ਉਹ ਸਕਿੱਲ ਸੈੱਟ ਦੀ ਡਿਮਾਂਡ ਹੈ। ਅੱਛਾ, ਇਹ ਤਾਂ ਜਿਹੜੀ ਇੰਜੀਨੀਅਰਿੰਗ ਦੀ ਗੱਲ ਹੋਈ, ਆਪਾਂ ਜਿਹੜਾ MCA ਤੇ ਹੋਰ ਵੀ ਕੰਪਿਊਟਰ ਦੇ ਜਿਹੜੇ ਕੋਰਸਿਸ ਸੁਣਦੇ ਆ, ਤਾਂ ਹੋਰ ਕਿਹੜੇ ਉਹ ਜਿਹੇ ਕੋਰਸਿਸ ਨੇ ਜੇ ਕਿਸੇ ਨੇ ਇੰਜੀਨੀਅਰਿੰਗ ਨਹੀਂ ਕੀਤੀ ਹੈਗੀ ਹੈ, ਕਿਸੇ ਨੇ ਕੋਈ ਦੂਜੇ ਸਬਜੈਕਟਸ ਪੜ੍ਹੇ ਨੇ, ਤਾਂ ਉਹ ਕੰਪਿਊਟਰ ਦੇ ਖੇਤਰ ਦੇ ਵਿੱਚ ਜਾ ਸਕਦਾ ਹੈ? ਹਾਂ, ਇਹਦੇ ਲਈ ਗਵਰਨਮੈਂਟ ਨੇ ਬਹੁਤ ਵਧੀਆ ਉਪਰਾਲਾ ਕੀਤੇ ਹੋਏ ਨੇ। ਜੇ ਕਿਸੇ ਬੱਚੇ ਨੇ ਸਪੋਜ਼ BCom ਹੀ ਕੀਤੀ ਹੈ ਨਾ, ਤਾਂ ਉਹਦਾ ਕੰਪਿਊਟਰ ਵੱਲ ਇੰਟਰਸਟ ਹੋ ਗਿਆ ਜੀ। ਉਹਨੇ ਦੇਖਿਆ ਕਿ ਵੀ ਮੇਰੀਆਂ ਕੈਲਕੂਲੇਸ਼ਨ ਜਿਹੜੀਆਂ ਮੈਂ ਹੱਥ ਨਾਲ ਕਰ ਰਿਹਾ ਤਾਂ ਬੜਾ ਡਿਫੀਕਲਟ ਕੰਮ ਹੈ। ਜਦੋਂ ਉਹਨੂੰ ਪਤਾ ਲੱਗਦਾ ਕਿ ਕੰਪਿਊਟਰ ਤਾਂ ਇਹਨੂੰ ਬਹੁਤ ਜਲਦੀ ਸੋਲਵ ਕਰ ਸਕਦਾ ਹੈ ਔਰ ਉਹ ਬੱਚਾ ਬੜਾ ਵਿਜ਼ਨਰੀ ਹੈ। ਉਹ ਦੇਖਦਾ ਕਿ ਵੀ ਇਹ ਛੋਟੇ ਜਿਹੜੀਆਂ ਪ੍ਰੋਬਲਮਸ ਨੇ, ਇਹਨੇ ਜਦੋਂ ਵੱਡੀਆਂ ਪ੍ਰੋਬਲਮਸ ਆਉਣਗੀਆਂ ਤਾਂ ਦੈਨ ਮੈਂ ਹੱਥ ਨਾਲ ਸੋਲਵ ਨਹੀਂ ਕਰ ਸਕਦਾ, ਇਹਨੂੰ ਕੰਪਿਊਟਰ ਨਾਲ ਸੋਲਵ ਕਰਨਾ ਪਏਗਾ। ਫਿਰ ਉਹ ਕੰਪਿਊਟਰ ਵੱਲ ਅਟਰੈਕਟ ਹੁੰਦਾ। ਤੇ ਕਿਉਂਕਿ ਉਸ ਟਾਈਮ ਉਹਨੇ BCom ਕਰ ਰਿਹਾ ਹੁੰਦਾ, ਤੇ BCom ਤੋਂ ਬਾਅਦ ਜਿਹੜੀ ਹੈ ਉਹਦੇ ਕੋਲ ਜਿਹੜੀ ਹੈ MTech ਤਾਂ ਨਹੀਂ ਕਰ ਸਕਦਾ। ਉਹਨੂੰ ਸ਼ੌਂਕ ਪੈਦਾ ਹੁੰਦਾ ਮੈਂ ਕੰਪਿਊਟਰ ਦਾ ਕੁਝ ਕਰਾਂ। ਤਾਂ ਉਹਦੇ ਲਈ ਗਵਰਨਮੈਂਟਸ ਨੇ ਨਾ SWAM ਪੋਰਟਲ ਹੈ, ਉੱਥੇ ਜਾ ਕੇ ਕੋਈ ਵੀ ਬੱਚਾ ਜਿਹੜਾ ਵਾ ਉਹ ਆਪਣਾ ਉੱਥੇ ਕੁਝ ਕੋਰਸਿਸ ਉਹਨਾਂ ਨੇ ਲਿਸਟ ਕੀਤੇ ਹੋਏ ਨੇ, ਉਹ ਕੋਰਸਿਸ ਕਰੇ ਆਪਣੇ ਔਰ ਆਪਣੀ ਜਿਹੜੇ ਉਹ ਸਰਟੀਫਿਕੇਟ ਵੀ ਦਿੰਦੇ ਨੇ ਜਿਹੜਾ ਵੀ ਉਹ ਕੋਰਸ ਪਾਸ ਕਰਦਾ, ਔਰ ਉਹਦੀ ਸਕਿੱਲ ਸੈੱਟ ਜਿਹੜੀ ਉਹ ਐਜ਼ ਅ ਸਕਿੱਲ ਸੈੱਟ 'ਚ ਉਹ ਐਡ ਹੋ ਜਾਂਦਾ। ਜੋ ਉਹਨੂੰ ਜਿਵੇਂ ਸਪੋਜ਼ ਦੈਟ ਕਿ ਅੱਜ ਦੀ ਡਿਮਾਂਡ ਹੈ ਪਾਈਥਨ ਪ੍ਰੋਗਰਾਮਿੰਗ, ਉਹਨੂੰ ਪਾਈਥਨ ਦੇ ਵਿੱਚ ਜਿਹੜਾ ਇੰਟਰਸਟ ਹੋ ਗਿਆ, ਉਹਨੇ SWAM ਪੋਰਟਲ ਤੋਂ ਜਾ ਕੇ ਪਾਈਥਨ ਦਾ ਕੋਈ ਕੋਰਸ ਕੀਤਾ, ਉਹਨੂੰ ਹੋਰ ਇੰਟਰਸਟ ਉਹਨੇ ਐਡਵਾਂਸ ਪਾਈਥਨ ਦੇ ਕੁਝ ਕੋਰਸਿਸ ਕੀਤੇ, ਤੇ ਦੈਨ ਉਹਨੂੰ ਕੋਈ ਸਰਟੀਫਿਕੇਟ ਮਿਲ ਜਾਏਗਾ, ਹੈ ਨਾ। ਉਹ SWAM ਪੋਰਟਲ ਦਾ ਗਵਰਨਮੈਂਟ ਵੱਲੋਂ ਸ਼ੁਰੂ ਕੀਤਾ ਹੋਇਆ ਇੱਕ ਪੋਰਟਲ ਹੈ, ਉਹਦੇ 'ਚ ਜਾ ਕੇ ਉਹ ਆਪਣੇ ਸਰਟੀਫਿਕੇਟ ਲੈ ਸਕਦਾ। ਔਰ ਜੇ ਉਹ ਗਵਰਨਮੈਂਟ ਜੌਬ ਤਾਂ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਕੁਆਲੀਫਿਕੇਸ਼ਨ ਫਿਕਸ ਹੈ, BTech ਹੈ, MTech ਹੈ, ਬਟ ਉਹ ਇੱਕ ਪ੍ਰਾਈਵੇਟ ਸੈਕਟਰ ਵਿੱਚ ਆਪਣਾ ਇੱਕ ਅੱਛਾ ਸਿਨੈਰੀਓ ਆਪ ਅਡਾਪਟ ਕਰ ਸਕਦਾ। ਈਵਨ ਉਹ ਐਜ਼ ਐਨ ਐਂਟਰਪ੍ਰੇਨਿਓਰ ਆਪਣੀ ਇੱਕ ਕੰਪਨੀਜ਼ ਖੋਲ੍ਹ ਸਕਦਾ, ਆਪਣਾ ਸਟਾਰਟਅਪ ਖੋਲ੍ਹ ਸਕਦਾ। ਜੋ ਉਹਨੂੰ ਲੱਗਿਆ ਕਿ ਮੇਰੀ BCom ਦੀ ਪੜ੍ਹਾਈ ਦੇ ਵਿੱਚ ਮੈਂ ਕਾਮਰਸ ਪਲੱਸ ਕੰਪਿਊਟਰ ਦੋਨਾਂ ਨੂੰ ਮਰਜ ਕਰਕੇ ਇੱਕ ਆਪਣਾ ਸਟਾਰਟਅਪ ਖੋਲ੍ਹਣਾ ਚਾਹਾਂ, ਤਾਂ ਕਿ ਮੈਂ ਜਿਹੜੀ ਬਿਜ਼ਨਸ ਕਮਿਊਨਿਟੀਜ਼ ਨੇ ਉਹਨਾਂ ਨੂੰ ਹੈਲਪ ਕਰ ਸਕਾਂ। ਤਾਂ ਉਹ ਇਸ ਤਰ੍ਹਾਂ ਦੇ ਕੋਰਸਿਸ ਕਰਕੇ ਆਪਣੀ ਸਕਿੱਲ ਸੈੱਟ ਜਿਹੜੀ ਆ ਉਹ ਇਨਕਰੀਜ਼ ਕਰ ਸਕਦਾ। ਅਤੇ ਆਪਣੀ ਸਕਿੱਲ ਸੈੱਟ ਜਦੋਂ ਇਨਕਰੀਜ਼ ਹੋ ਜਾਏਗੀ ਦੈਨ ਉਹ ਮਾਈਟ ਵੀ ਆਪਣਾ ਸਟਾਰਟਅਪ ਸ਼ੁਰੂ ਕਰ ਲਏ, ਜਾਂ ਘਰ ਬੈਠੇ ਹੋਏ ਜਿਹੜੇ ਕਈ ਤਰ੍ਹਾਂ ਦੀ ਓਪਰਚੁਨਿਟੀਜ਼ ਜਿਹੜੀਆਂ ਅਵੇਲੇਬਲ ਨੇ ਐਜ਼ ਐਨ ਫਰੀਲਾਂਸਰ, ਉਹ ਉਸੇ ਫਰੀਲਾਂਸਿੰਗ ਦੇ ਥਰੂ ਵੀ ਆਪਣੇ ਜਿਹੜਾ ਕੰਮ ਕਰ ਸਕਦਾ ਜੀ। ਅਤੇ ਇਸ ਤੋਂ ਇਲਾਵਾ ਜਿਹੜੀ MSc ਜਾਂ MCA ਵੀ ਜਿਹੜੀ ਕੀਤੀ ਜਾ ਸਕਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ, ਮੇਰਾ ਖਿਆਲ ਹੈ। ਹਾਂ, BCom ਤੋਂ ਬਾਅਦ ਜੇ ਅਸੀਂ ਪਰਟੀਕੂਲਰਲੀ ਫਾਰਮਲ ਪੜ੍ਹਾਈ ਦੇ ਵਿੱਚ ਜਾਣਾ ਚਾਹੁੰਦੇ ਹਾਂ ਜੀ, ਤਾਂ ਕੁਝ ਇੰਸਟੀਚਿਊਟ ਜਿਹੜੇ ਨੇ BCom ਵਾਲਿਆਂ ਨੂੰ MCA ਵੀ ਕਰਾਉਂਦੇ ਨੇ। ਜੇ ਉਹਦਾ ਇੰਟਰਸਟ ਬਣ ਰਿਹਾ ਕਿ ਮੈਂ ਫਾਰਮਲ ਐਜੂਕੇਸ਼ਨ ਲੈਣੀ ਹੈ ਤਾਂ ਉਸ ਤਰ੍ਹਾਂ ਵੀ ਉਹ ਮੂਵ ਕਰ ਸਕਦਾ।
ਤੇ ਜੇਕਰ ਕੋਈ ਵਿਅਕਤੀ ਜੋ ਹੈ ਕੰਪਿਊਟਰ ਦੇ ਖੇਤਰ ਦੇ ਵਿੱਚ ਨਹੀਂ ਹੈ ਪਰ ਉਹ ਕੰਪਿਊਟਰ ਜਿਹੜਾ ਸਿੱਖਣਾ ਚਾਹੁੰਦਾ ਹੈ, ਤੇ ਮਤਲਬ ਕਿ ਕਿਸ ਲੈਵਲ ਦੀ ਉਹਨੂੰ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦੀ ਕਿੰਨੀ ਕੁ ਲੋੜ ਪੈਂਦੀ ਹੈ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਦੀ, ਕਿਸ ਤਰ੍ਹਾਂ ਦੇ ਕੋਰਸਿਸ ਆ ਜਿਹੜਾ ਉਹ ਕਰ ਸਕਦਾ ਹੈ? ਇੱਕ ਤਾਂ ਬੇਸਿਕਸ ਉਹਨੂੰ ਜਿਹੜਾ ਵਾ ਉਹ ਮੈਥਸ ਜਿਹੜਾ ਵਾ ਨਾ ਉਹ ਬਹੁਤ ਜ਼ਰੂਰੀ ਹੈ ਕੰਪਿਊਟਰ ਦੇ ਵਿੱਚ। ਜੇ ਕਿਸੇ ਨੇ ਕੰਮ ਕਰਨਾ ਉਹ 10th ਲੈਵਲ ਜਾਂ +2 ਲੈਵਲ ਤੱਕ ਤਾਂ ਉਹਨੂੰ ਮੈਥਸ ਜਿਹੜਾ ਜ਼ਰੂਰ ਕੀਤਾ ਹੋਵੇ ਜੀ ਤਾਂ ਉਹਦੇ ਲਈ ਈਜ਼ੀ ਹੋ ਜਾਏਗਾ ਕਿਸੇ ਵੀ ਅੰਡਰ ਗ੍ਰੈਜੂਏਟ ਕੋਰਸ ਦੇ ਵਿੱਚ ਜਾ ਕੇ ਕੰਪਿਊਟਰਸ ਨੂੰ ਐਜ਼ ਅ ਸਪੈਸ਼ਲ ਸਬਜੈਕਟ ਆਪਟ ਕਰਨਾ ਜਾਂ ਐਜ਼ ਅ ਕੰਪਿਊਟਰ ਨੂੰ ਐਜ਼ ਅ ਫਾਰਮਲ ਐਜੂਕੇਸ਼ਨ BSc 'ਚ ਕਰਨਾ ਤਾਂ ਉਹਦੇ ਲਈ ਬੜਾ ਈਜ਼ੀ ਹੋ ਜਾਏਗਾ। ਮੈਨੂੰ ਲੱਗਦਾ ਕਿ ਵੀ ਜੇ ਉਹ ਬੱਚੇ ਨੇ 10th +2 ਤੱਕ ਮੈਥ ਇੱਕ ਸਪੈਸ਼ਲਾਈਜ਼ ਰੱਖਿਆ ਤਾਂ ਦੈਨ ਉਹ BSc ਵੀ ਕਰ ਸਕਦਾ, BCA ਵੀ ਕਰ ਸਕਦਾ। ਉਹ ਇੱਕ ਫਾਰਮਲ ਐਜੂਕੇਸ਼ਨ ਜਿਹੜੀ ਹੈ ਬੜੀ ਅੱਛੀ ਲੱਗਦੀ ਜੀ। ਜਿਵੇਂ ਕਿ ਤੁਸੀਂ ਪਹਿਲਾਂ ਸੈਲਫ ਇੰਪਲੋਇਮੈਂਟ ਜਾਂ ਸਟਾਰਟਅਪ ਦੀ ਗੱਲ ਕੀਤੀ ਹੈ, ਤਾਂ ਕੰਪਿਊਟਰ ਦੇ ਜਿਹੜੇ ਗ੍ਰੈਜੂਏਟਸ ਨੇ, ਚਾਹੇ ਕੰਪਿਊਟਰ ਸਾਇੰਸ ਕੀਤੀ, IT ਕੀਤੀ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਕੋਰਸਿਸ ਕੀਤੇ ਹੋਏ ਨੇ, ਤਾਂ ਇਹਦੇ ਲਈ ਕਿਸ ਤਰ੍ਹਾਂ ਦਾ ਸਕੋਪ ਹੈ ਉਹਨਾਂ ਸਟਾਰਟਅਪ ਦੇ ਲਈ ਜਾਂ ਸੈਲਫ ਇੰਪਲੋਇਮੈਂਟ ਦੇ ਲਈ? ਇਹਦੇ ਲਈ ਬਹੁਤ ਅੱਛੇ ਸਕੋਪਸ ਅਵੇਲੇਬਲ ਨੇ ਅੱਜ ਮਾਰਕੀਟ ਦੇ ਵਿੱਚ। ਕੁਝ ਵੈਬਸਾਈਟਸ ਮੈਂ ਦੱਸ ਰਿਹਾ, ਮੈਂ ਕਹਿੰਦਾ ਸਰੋਤੇ ਜਿਹੜੇ ਨਾ ਨੋਟ ਕਰਨ, ਜਿਵੇਂ ਕਿ Elance ਇੱਕ ਵੈਬਸਾਈਟ ਹੈ ਨਾ, Upwork ਇੱਕ ਵੈਬਸਾਈਟ ਹੈ, ਇੱਕ People Per Hour ਇੱਕ ਵੈਬਸਾਈਟ ਹੈ। ਤੁਸੀਂ ਥੋੜੇ ਜਿਹੇ ਇਹਨਾਂ ਦੇ ਸਪੈਲਿੰਗ ਵੀ ਦੱਸ ਦਿਓ ਤਾਂ ਕਿ ਜਿਹੜੇ ਸਾਡੇ ਸਰੋਤੇ ਉਹਨੂੰ ਨੋਟ ਕਰ ਸਕਣ। Elance ਦੀ ਸਪੈਲਿੰਗ ELANCE, elance.com। ਫਿਰ ਇਸੇ ਤਰ੍ਹਾਂ Upwork UPWORK.com, People PEOPLEPERHOUR, People Per Hour। ਤੇ Fiverr FIVERR, then Toptal TOPTAL। ਇਹ ਕੁਝ ਵੈਬਸਾਈਟਸ ਨੇ ਜਿਨ੍ਹਾਂ ਕੋਈ ਬੰਦਾ ਜੇ ਘਰ ਬੈਠਾ ਵੀ ਹੈ ਤਾਂ ਉਹਨੇ ਆਪਣਾ ਸਟਾਰਟਅਪ ਸ਼ੁਰੂ ਕਰਨਾ, ਆਪਣੇ ਆਪ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਡਿਵੈਲਪ ਕਰ ਸਕਦਾ, ਤਾਂ ਇਹਨਾਂ ਕੁਝ ਵੈਬਸਾਈਟ ਦੇ ਵਿੱਚ ਜੇ ਅਸੀਂ ਜਾ ਕੇ ਪਰ ਆਵਰ ਬੇਸਿਸ ਦੇ ਉੱਪਰ ਤੁਸੀਂ ਉਹਨਾਂ ਨੇ ਕੋਈ ਜੌਬ ਦਿੱਤੀ ਹੋਈ ਹੈ, ਉਹ ਜੌਬ ਤੁਸੀਂ ਪਰ ਆਵਰ ਬੇਸਿਸ ਤੁਸੀਂ ਕੰਪਲੀਟ ਕਰਦੇ ਹੋ। ਉਹਨਾਂ ਨੇ ਪਰ ਆਵਰ ਦੇ ਦੱਸਿਆ ਹੋਇਆ $10 $15 ਜੋ ਵੀ ਤੁਸੀਂ ਬਿਡ ਕਰਦੇ ਹੋ, ਜੇ ਉਹ ਤੁਹਾਡੀ ਐਕਸੈਪਟ ਕਰਦੇ ਨੇ $15 ਪਰ ਆਵਰ ਤੁਹਾਨੂੰ ਉਹ ਦੇਣਗੇ। ਐਂਡ ਦੈਨ ਤੁਸੀਂ ਉਹਨਾਂ ਦਾ ਜਿਹੜਾ ਕੰਮ ਕੀਤਾ ਹੈ ਉਹਨਾਂ ਨੂੰ ਕਰਕੇ ਦੇ ਦਿਓ, ਦੈਨ ਘਰ ਬੈਠੇ ਤੁਸੀਂ ਅਰਨ ਕਰ ਸਕਦੇ। ਬਟ ਤੁਸੀਂ ਸਕਿੱਲ ਜਿਹੜੀ ਹੈ ਤੁਹਾਡੇ ਕੋਲ ਉਹ ਹੋਣੀ ਜ਼ਰੂਰੀ ਹੈ ਉਸ ਚੀਜ਼ ਜੀ। ਅੱਛਾ, ਸਕਿੱਲਸ ਦੀ ਗੱਲ ਕੀਤੀ ਹੈ ਤੁਸੀਂ, ਕੋਰਸਿਸ ਦੀ ਗੱਲ ਕੀਤੀ ਹੈ, ਜਾਂ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਜਾਂ ਨੇੜੇ ਤੇੜੇ ਦੇ ਜਿਹੜੇ ਖੇਤਰ ਨੇ, ਇਹਦੇ ਵਿੱਚ ਕਿਹੜੇ ਇੰਸਟੀਚਿਊਟਸ ਨੇ ਚੰਗੇ ਜਿਹੜੇ ਕਿ ਜਿੱਥੋਂ ਕਿ ਕੰਪਿਊਟਰ ਦੇ ਕੋਰਸਿਸ ਕੀਤੇ ਜਾ ਸਕਦੇ ਨੇ? ਜੇ ਮੈਂ ਇੰਜੀਨੀਅਰਿੰਗ ਦੀ ਗੱਲ ਕਰਾਂ, BTech ਦੀ, ਤਾਂ ਸਾਡੇ ਕੋਲ ਪੰਜਾਬ ਦੇ ਵਿੱਚ IIT ਰੋਪੜ ਹੈ ਜੀ, ਫਿਰ ਪੰਜਾਬ ਯੂਨੀਵਰਸਿਟੀ UIT ਉੱਥੇ ਹੈ, ਪੈਕ ਪੰਜਾਬ ਇੰਜੀਨੀਅਰਿੰਗ ਕਾਲਜ ਹੈ, ਫਿਰ NIT ਜਲੰਧਰ। ਇਹ ਕੁਝ ਮੇਨ ਅਦਾਰੇ ਜਾਂ ਸਲਾਈਟ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਇਹ ਕੁਝ ਅਦਾਰੇ ਜਿੱਥੇ ਕਿ ਅਸੀਂ BTech ਕਰ ਸਕਦੇ ਹਾਂ ਜੀ। ਜੇ ਅਸੀਂ ਮਾਸਟਰਸ ਕੋਰਸਿਸ ਕਰਨੇ ਨੇ ਤਾਂ ਦੈਨ ਸਾਡੇ ਕੋਲ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਹੈ ਬਠਿੰਡਾ ਦੇ ਵਿੱਚ, ਉੱਥੇ ਅਸੀਂ ਦੋ MTech ਚੱਲ ਰਹੀਆਂ ਸਾਡੇ ਕੋਲ, MTech ਇਨ ਕੰਪਿਊਟਰ ਸਾਇੰਸ ਐਂਡ MTech ਇਨ ਕੰਪਿਊਟਰ ਸਾਇੰਸ ਵਿਦ ਸਾਈਬਰ ਸਿਕਿਉਰਿਟੀ। ਫਿਰ ਮਾਸਟਰਸ ਕੋਰਸਿਸ ਦੇ ਲਈ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਵੇਲੇਬਲ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਵੇਲੇਬਲ ਹੈ, ਅਤੇ ਉਸੇ ਤਰ੍ਹਾਂ IIT ਦੇ ਵਿੱਚ ਵੀ MTech ਅਵੇਲੇਬਲ ਹੈ, ਸਲਾਈਟ ਦੇ ਵਿੱਚ ਵੀ MTech ਅਵੇਲੇਬਲ ਹੈ, ਪੈਕ ਦੇ ਵਿੱਚ ਵੀ MTech ਜਿਹੜੀ ਅਵੇਲੇਬਲ। ਇਹ ਕੁਝ ਗਵਰਨਮੈਂਟ ਅਦਾਰੇ ਨੇ ਜਿਹੜੇ ਕਿ ਟੌਪ ਰੈਂਕਿੰਗ 'ਚ ਆਉਂਦੇ ਨੇ ਜੀ। ਨੈਸ਼ਨਲ ਇੰਸਟੀਚਿਊਟ ਆਫ ਰੈਂਕਿੰਗ ਫਰੇਮਵਰਕ ਜਿਹੜਾ ਗਵਰਨਮੈਂਟ ਨੇ ਲਾਂਚ ਕੀਤਾ, ਇਹਨਾਂ ਸਾਰੇ ਜਿਹੜੇ ਅਦਾਰੇ ਨੇ ਉਹ NIRF ਦੇ ਵਿੱਚ ਜਿਹੜੇ ਨੇ ਹੋਲਡ ਕਰਦੇ ਨੇ ਆਪਣੇ ਆਪ, ਔਰ ਬਹੁਤ ਅੱਛੇ ਇੰਸਟੀਚਿਊਟਸ ਨੇ ਸਾਰੇ। ਤੇ ਇਹਨਾਂ ਇੰਸਟੀਚਿਊਟਸ ਦੇ ਵਿੱਚ ਜੇਕਰ ਐਡਮਿਸ਼ਨ ਲੈਣੀ ਹੋ ਤਾਂ ਕੀ ਕਾਮਨ ਕੋਈ ਐਂਟਰੈਂਸ ਟੈਸਟ ਹੁੰਦਾ ਹੈ ਜਾਂ ਅਲੱਗ-ਅਲੱਗ ਅਦਾਰੇ ਅਲੱਗ-ਅਲੱਗ ਜਿਹੜਾ ਐਂਟਰੈਂਸ ਟੈਸਟ ਕੰਡਕਟ ਕਰਦੇ ਨੇ? ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ JEE ਮੇਨ ਤੇ JEE ਐਡਵਾਂਸ ਦੇ ਕੇ ਅਸੀਂ IIT 'ਚ ਐਡਮਿਸ਼ਨ ਲੈ ਸਕਦੇ ਹਾਂ, JEE ਮੇਨਸ ਦੇ ਕੇ ਅਸੀਂ NIT 'ਚ ਐਡਮਿਸ਼ਨ ਲੈ ਸਕਦੇ ਹਾਂ। ਇਸੇ ਤਰ੍ਹਾਂ ਪੈਕ ਦੇ ਵਿੱਚ ਵੀ ਇਹਨਾਂ ਦੇ ਥਰੂ ਅਸੀਂ ਜਿਹੜੀ ਐਡਮਿਸ਼ਨ ਲੈ ਸਕਦੇ। ਤੋ ਮੋਸਟਲੀ ਜਿਹੜੇ ਸਟੂਡੈਂਟਸ ਨੇ JEE ਹੀ ਦੇਣ ਤਾਂ ਕਿ ਇਹਨਾਂ ਅਦਾਰਿਆਂ 'ਚ ਐਡਮਿਸ਼ਨ ਬੜੇ ਆਸਾਨੀ ਨਾਲ ਮਿਲ ਜਾਏ। ਬਾਕੀ ਕੁਛ ਉਹ ਲੋਕਲ ਲੈਵਲ ਦੇ ਉੱਪਰ ਆਪਣੇ ਯੂਨੀਵਰਸਿਟੀ ਲੈਵਲ ਉੱਪਰ ਟੈਸਟ ਵੀ ਕੰਡਕਟ ਕਰਦੇ ਨੇ, ਉਹ ਆਪਣੀ ਐਡਵਰਟੀਜ਼ਮੈਂਟ ਵਿੱਚ ਸਾਰਾ ਡਿਟੇਲ ਦੱਸਦੇ ਨੇ ਕਿ ਜੇ ਕਿਸ ਤਰ੍ਹਾਂ ਅਸੀਂ ਉਹਨੂੰ ਐਡਮਿਸ਼ਨ ਲੈ ਸਕਦੇ। ਬਟ ਜੇ JEE ਅਸੀਂ ਦਿੱਤਾ ਹੋਵੇ ਤਾਂ ਤੁਹਾਨੂੰ ਕਿਸੇ ਵੀ ਅਦਾਰੇ ਵਿੱਚ ਜਾ ਕੇ ਬੜੀ ਆਸਾਨੀ ਨਾਲ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ। ਤੇ ਜੇਕਰ ਇਹਨਾਂ ਯੂਨੀਵਰਸਿਟੀ ਦੀਆਂ ਵੈਬਸਾਈਟਸ ਵੀ ਜਿਹੜੇ ਵਿਦਿਆਰਥੀ ਚੈੱਕ ਕਰਦੇ ਰਹਿਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਦੋਂ ਕੰਡਕਟ ਕੀਤਾ ਜਾ ਰਿਹਾ ਐਗਜ਼ਾਮ। ਤੇ ਡਾਕਟਰ ਸਾਹਿਬ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਜਿਹੜੇ ਕੰਪਿਊਟਰ ਦੇ ਵਿੱਚ ਪੜ੍ਹਾਈ ਕਰਦੇ ਨੇ, ਅਲੱਗ-ਅਲੱਗ ਅਦਾਰਿਆਂ ਤੋਂ ਕੀਤੀ ਹੁੰਦੀ ਹੈ ਉਹਨਾਂ ਨੇ, ਪਰ ਉਹਨਾਂ ਨੂੰ ਜਿਹੜੀ ਜੌਬਸ ਮਾਰਕੀਟ ਦੇ ਵਿੱਚ ਨਹੀਂ ਮਿਲ ਪਾਉਂਦੀਆਂ, ਤਾਂ ਤੁਹਾਨੂੰ ਕੀ ਲੱਗਦਾ ਕਿ ਉੱਥੇ ਕੀ ਸਮੱਸਿਆ ਰਹਿ ਜਾਂਦੀ ਹੈ ਕਿ ਉਹਨਾਂ ਦੇ ਸਕਿੱਲਸ ਨਹੀਂ ਉਨੇ ਹੁੰਦੇ ਜਾਂ ਪ੍ਰੈਕਟੀਕਲ ਨੌਲੇਜ ਨਹੀਂ ਹੁੰਦੀ ਜਾਂ ਅਦਾਰੇ ਜਿਹੜੇ ਇੰਨੇ ਪ੍ਰੋਮੀਨੈਂਟ ਨਹੀਂ ਹੁੰਦੇ ਕਿ ਉਹਨਾਂ ਨੂੰ ਜਿਹੜੀ ਨੌਕਰੀ ਨਹੀਂ ਮਿਲ ਪਾਉਂਦੀ? ਕਿਉਂਕਿ ਬੱਚੇ ਬਹੁਤ
ਪੈਸੇ ਵੀ ਖਰਚ ਕਰਦੇ ਨੇ ਪਰ ਜੌਬ ਉਹ ਫਿਰ ਵੀ ਨਹੀਂ ਹਾਸਲ ਕਰ ਸਕਦੇ। ਹਾਂ, ਇਹ ਅੱਜ ਦੀ ਕਾਮਨ ਪ੍ਰੋਬਲਮ ਹੈ। ਮੈਂ ਇੱਥੇ ਕਹਾਂਗਾ ਬੱਚਿਆਂ ਨੂੰ ਕਿ ਵੀ ਜਦੋਂ ਵੀ ਤੁਸੀਂ ਪੜ੍ਹਾਈ ਕਰ ਰਹੇ ਹੁੰਦੇ ਹੋ, ਸੰਸਥਾ ਇੱਕ ਤੁਹਾਨੂੰ ਇੱਕ ਬੀਜ ਦੇ ਸਕਦੀ ਹੈ, ਬੀਜ ਤੋਂ ਪਲਾਂਟ ਬਣਾਉਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਹੈ ਨਾ, ਤੁਹਾਨੂੰ ਉੱਥੇ ਜਿਹੜਾ ਵੀ ਕੋਰਸ ਤੁਹਾਨੂੰ ਪੜ੍ਹਾ ਰਿਹਾ, ਪ੍ਰੈਕਟੀਕਲ ਕੋਰਸ ਕੋਈ ਤੁਹਾਨੂੰ, ਕਿਉਂਕਿ ਕੰਪਿਊਟਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਕੋਰਸ ਐਸਾ ਹੈ ਜਿਹੜਾ ਪ੍ਰੈਕਟੀਕਲ ਨਹੀਂ ਹੈ। ਤੁਸੀਂ ਉਹਦੀ ਮੈਕਸਿਮਮ ਘਰ ਬੈਠ ਕੇ ਆਪਣੇ ਕੋਲ ਹੌਸਟਲ ਜਿੱਥੇ ਵੀ ਤੁਸੀਂ ਰਹਿੰਦੇ ਹੋ ਆ ਕੇ ਪ੍ਰੈਕਟਿਸ ਕਰੋ। ਸਕਿੱਲ ਸੈੱਟ ਹੋਣਾ ਇਸ ਪ੍ਰੋਫੈਸ਼ਨਲ ਕੋਰਸ ਵਿੱਚ ਬਹੁਤ ਜ਼ਰੂਰੀ ਹੈ। ਜਿੰਨੀ ਮੈਕਸਿਮਮ ਪ੍ਰੈਕਟਿਸ ਕਰੋਗੇ, ਜਿੰਨੇ ਤੁਸੀਂ ਮੈਕਸਿਮਮ ਆਪਣੇ 'ਚ ਸਕਿੱਲ ਲੈ ਕੇ ਆਓਗੇ, ਜ਼ਰੂਰੀ ਨਹੀਂ ਹੈ ਕਿ ਵੀ ਸਿਰਫ ਕਿਤਾਬ 'ਚੋਂ ਪੜ੍ਹ ਕੇ। ਅੱਜ ਦੀ ਡੇਟ ਵਿੱਚ ਨੰਬਰ ਆਫ ਰਿਸੋਰਸਿਸ ਜਿਹੜੇ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਤੁਸੀਂ ਉਹਨਾਂ ਦੇ ਰਿਸੋਰਸਿਸ ਨੂੰ ਯੂਜ਼ ਕਰੋ। ਉਹ ਰਿਸੋਰਸਿਸ ਨੂੰ ਯੂਜ਼ ਕਰਕੇ ਆਪਣੇ ਸਕਿੱਲ ਸੈੱਟ ਜਿਹੜੀ ਆ ਉਹ ਇਨਕਰੀਜ਼ ਕਰੋ। ਲੋਕ ਬੱਚੇ ਜਿਹੜੇ ਨੇ ਪ੍ਰੋਗਰਾਮਿੰਗ ਤੋਂ ਬਹੁਤ ਭੱਜਦੇ ਨੇ, ਉਹ ਆਪਣੇ ਆਪ ਨੂੰ ਸਮਝਦੇ ਸ਼ਾਇਦ ਅਸੀਂ ਨਹੀਂ ਕਰ ਪਾ, ਬਟ ਥੋੜਾ ਸ਼ੁਰੂ ਕਰੋ। ਹਰ ਡੇ ਤੁਸੀਂ ਆਪਣੇ ਆਪ ਨੂੰ ਇੰਪਰੂਵਮੈਂਟ ਮਹਿਸੂਸ ਕਰੋਗੇ। ਔਰ ਅੱਜ ਦੀ ਤਰੀਕ ਵਿੱਚ ਪ੍ਰੋਗਰਾਮਿੰਗ ਕੋਈ ਇੰਨੀ ਜ਼ਿਆਦਾ ਔਖੀ ਰਹੀ ਨਹੀਂ। ਅੱਜ ਤੋਂ 15 ਸਾਲ ਪਹਿਲਾਂ ਬਹੁਤ ਔਖਾ ਹੁੰਦਾ ਸੀ ਕਰਨਾ, ਹਰ ਨਿੱਕੀ ਨਿੱਕੀ ਚੀਜ਼ ਯਾਦ ਕਰਨੀ ਪੈਂਦੀ ਸੀ। ਬਟ ਜਿਵੇਂ ਜਿਵੇਂ ਫੀਲਡ ਇਨਕਰੀਜ਼ ਆਪਣੇ ਆਪ ਨੂੰ ਮਰਜ ਕਰਦਾ ਜਾ ਰਿਹਾ, ਉਵੇਂ ਹੀ ਜਿਹੜੀ ਆ ਉਹ ਹੋਰ ਚੀਜ਼ਾਂ ਸੌਖੀਆਂ ਕਰਦਾ ਜਾ ਰਿਹਾ। ਔਰ ਸਕਿੱਲ ਲੈਣੀ ਜਿਹੜੀ ਆ ਬੜੀ ਸੌਖੀ ਹੋ ਗਈ ਆ ਹੁਣ। ਜੀ ਜੀ, ਤੇ ਮੈਂ ਇਹੀ ਐਡਵਾਈਸ ਕਰਾਂਗਾ ਬੱਚਿਆਂ ਨੂੰ, ਮੈਕਸਿਮਮ ਪ੍ਰੈਕਟਿਸ ਕਰੋ ਤਾਂ ਕਿ ਤੁਹਾਡੇ 'ਚ ਮੈਕਸਿਮਮ ਸਕਿੱਲ ਆ ਸਕੇ। ਜੇ ਤੁਹਾਡੇ 'ਚ ਸਕਿੱਲ ਹੋਏਗੀ ਤਾਂ ਹੀ ਕੋਈ ਵੀ ਅਦਾਰਾ ਤੁਹਾਨੂੰ ਜਿਹੜਾ ਆਪਟ ਕਰੇਗਾ, ਚਾਹੇ ਉਹ ਗਵਰਨਮੈਂਟ ਅਦਾਰਾ ਹੋਵੇ, ਚਾਹੇ ਉਹ ਪ੍ਰਾਈਵੇਟ ਅਦਾਰਾ ਹੋਵੇ। ਅੱਜ ਦੀ ਤਰੀਕ ਵਿੱਚ ਸਾਡੇ ਕੋਲ ਸਕਿੱਲ ਸੈੱਟ ਜਿਹੜੀ ਹੈ ਉਹ ਬਹੁਤ ਘੱਟ ਹੈ। ਤੇ ਇਹ ਮੈਂ ਬੱਚਿਆਂ ਨੂੰ ਇਹੀ, ਜਾਂ ਇਸ ਫੀਲਡ ਦੇ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਮੈਂ ਇਹੀ ਐਡਵਾਈਸ ਕਰਾਂਗਾ, ਆਪਣੇ ਆਪ ਨੂੰ ਇੰਪਰੂਵ ਕਰੋ ਵਿਦ ਦਾ ਮੈਕਸਿਮਮ ਪ੍ਰੈਕਟਿਸ। ਕਿਉਂਕਿ ਇਹ 'ਚ ਕੋਈ ਜ਼ਿਆਦਾ ਵੱਡੀ ਇਨਵੈਸਟਮੈਂਟ ਨਹੀਂ ਹੈ ਨਾ। ਤੁਸੀਂ ਇੱਕ ਆਪਣੇ ਕੋਲ ਘਰੇ ਸਿਰਫ ਇੱਕ ਲੈਪਟਾਪ 40-50 ਹਜ਼ਾਰ ਦਾ ਰੱਖੋ ਤੇ ਉਹਦੇ ਨਾਲ ਹੀ ਤੁਸੀਂ ਜਿਹੜੇ ਆਪਣੇ ਆਪ ਨੂੰ ਰੋਜ਼ ਆਪਣੇ ਆਪ ਨੂੰ ਇੰਪਰੂਵ ਕਰੋ, ਆਪਣੀ ਸਕਿੱਲ ਜਿਹੜੀ ਆ ਇੰਪਰੂਵ ਕਰੋ। ਉਹਦੇ ਲਈ ਤੁਹਾਨੂੰ ਕੋਈ ਜ਼ਿਆਦਾ ਹੁਣ ਬਹੁਤੀ ਵੱਡੀ ਇਨਵੈਸਟਮੈਂਟ ਕਰਨ ਦੀ ਵੀ ਲੋੜ ਨਹੀਂ ਹੈ। ਕਲਾਊਡ ਇਜ਼ ਅਵੇਲੇਬਲ, ਜਿੱਥੇ ਕਿ ਤੁਸੀਂ ਸਾਰੇ ਸੌਫਟਵੇਅਰ ਜਿਹੜੇ ਆ, ਜਿੰਨੀ ਕੁ ਤੁਹਾਡੀ ਡਿਮਾਂਡ ਹੈ, ਜਿੰਨੀ ਕੁ ਤੁਹਾਨੂੰ ਰਿਕੁਆਇਰਮੈਂਟ ਹੈ, ਉਹਦੇ ਬੇਸਿਸ ਉੱਪਰ ਉਹ ਚਾਰਜ ਕਰਦੇ ਆ ਤੇ ਤੁਸੀਂ ਆਪਣੇ ਨੂੰ ਬੜਾ ਵਧੀਆ ਇੰਪਰੂਵ ਕਰ ਸਕਦੇ ਹੋ। ਜੀ, ਅਤੇ ਡਾਕਟਰ ਸਾਹਿਬ, ਇਹ ਤਾਂ ਤੁਸੀਂ ਟੈਕਨੀਕਲ ਸਕਿੱਲਸ ਦੀ ਗੱਲ ਕੀਤੀ। ਇਸ ਤੋਂ ਇਲਾਵਾ ਇੱਕ ਐਕਸਪਰਟ ਦੇ ਤੌਰ 'ਤੇ ਤੁਸੀਂ ਕੀ ਸੁਝਾਅ ਦਿਓਗੇ ਕਿ ਟੈਕਨੀਕਲ ਸਕਿੱਲਸ ਤੋਂ ਇਲਾਵਾ ਹੋਰ ਕਿਹੜੇ ਸਕਿੱਲਸ ਨੇ ਜਿਹੜੇ ਇੱਕ ਵਿਅਕਤੀ 'ਚ ਹੋਣੇ ਚਾਹੀਦੇ ਆ? ਉਹਦੀ ਪਰਸਨੈਲਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਗੁਣ ਹੋਣੇ ਚਾਹੀਦੇ ਆ ਇਸ ਖੇਤਰ ਦੇ ਵਿੱਚ ਅੱਗੇ ਵਧਣ ਲਈ? ਇਸ ਦੇ ਵਿੱਚ ਬੱਚਿਆਂ ਨੂੰ ਇਹੀ ਰੱਖਣਾ ਚਾਹੀਦਾ, ਇੱਕ ਤਾਂ ਉਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਇੱਕ ਥਿੰਕਿੰਗ ਔਰ ਕ੍ਰਿਟੀਕਲ ਥਿੰਕਿੰਗ ਮੈਂ ਕਹਾਂ, ਕਿਉਂਕਿ ਕੰਪਿਊਟਰ ਨੂੰ ਤੁਸੀਂ ਸਮਝਾਉਣਾ, ਇੱਕ ਮਸ਼ੀਨ ਨੂੰ ਤੁਸੀਂ ਸਮਝਾਉਣਾ ਕਿ ਇੱਕ ਪਰਸਨ ਕੀ ਚਾਹੁੰਦਾ ਨਾ, ਉਹਦੇ ਲਈ ਤੁਹਾਨੂੰ ਕ੍ਰਿਟੀਕਲ ਥਿੰਕਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਅੱਜ ਦੀ ਤਰੀਕ 'ਚ ਤਾਂ 1+1 2 ਕਰ ਦੇਣਾ ਕੰਪਿਊਟਰ ਦੇ ਲਈ ਕੋਈ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈ। ਬਟ ਇਸ ਤਰ੍ਹਾਂ ਦੇ ਕਈ ਵੱਡੀਆਂ ਵੱਡੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਤੁਸੀਂ ਆਪਣੇ ਥਿੰਕਿੰਗ, ਕ੍ਰਿਟੀਕਲ ਥਿੰਕਿੰਗ ਦੇ ਨਾਲ ਹੀ ਸੋਲਵ ਕਰ ਸਕਦੇ ਜੀ। ਅੱਜ ਦੀ ਤਰੀਕ ਵਿੱਚ ਅਸੀਂ ਕੰਪਿਊਟਰ ਨੂੰ ਉਹੀ ਸਿਖਾ ਰਹੇ ਹਾਂ ਜੋ ਨੇਚਰ ਦੇ ਵਿੱਚ ਅਵੇਲੇਬਲ ਹੈ। ਉਹ ਨੇਚਰ ਤੋਂ ਹੀ ਇੰਸਪਾਇਰ ਹੋ ਕੇ ਇੱਕ ਕੰਪਿਊਟਰ ਜਿਹੜਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਟ ਬਣਿਆ। ਕੋਈ ਵੀ ਐਸੀ ਟੈਕਨੀਕ ਨਹੀਂ ਹੈ ਕੰਪਿਊਟਰ ਦੇ ਵਿੱਚ ਜਿਹੜੀ ਕਿ ਨੇਚਰ ਤੋਂ ਇੰਸਪਾਇਰਡ ਨਾ ਹੋਈ ਜੀ। ਤਾਂ ਮੈਂ ਇਹੀ ਕਹਾਂਗਾ ਕਿ ਬੱਚਿਆਂ ਨੂੰ ਆਪਣੇ ਜੋ ਤੁਸੀਂ ਪੜ੍ਹ ਰਹੇ ਹੋ ਉਹਦੀ ਮੈਕਸਿਮਮ ਸਕਿੱਲ ਅਡਾਪਟ ਕਰੋ, ਔਰ ਉਹਦੇ 'ਚ ਜੇ ਇਸ ਫੀਲਡ 'ਚ ਆਉਣਾ ਤਾਂ ਆਪਣੀ ਕ੍ਰਿਟੀਕਲ ਥਿੰਕਿੰਗ ਰੱਖੋ, ਤਾਂ ਕਿ ਤੁਸੀਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਇੱਕ ਪਰਸਨ ਨੂੰ ਤਾਂ ਓਬਵੀਅਸ ਨੇ, ਬਟ ਉਹ ਕੰਪਿਊਟਰ ਮਸ਼ੀਨ ਨੂੰ ਸਮਝਾਉਣੀ ਹੈ ਤਾਂ ਦੈਨ ਉਹਦੇ ਲਈ ਤੁਹਾਨੂੰ ਜਿਹੜੀ ਹੈ ਉਹ ਸਕਿੱਲ ਜਿਹੜੀ ਹੈ ਕਮਿਊਨੀਕੇਸ਼ਨ ਕਹੀ ਜਾਂ ਕ੍ਰਿਟੀਕਲ ਥਿੰਕਿੰਗ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਜੀ। ਅਤੇ ਕੰਪਿਊਟਰ ਅਤੇ IT ਨੂੰ ਲੈ ਕੇ ਅੱਜ ਜਿਹੜੀ ਸੇਫਟੀ ਅਤੇ ਸਿਕਿਉਰਿਟੀ ਹੈ ਉਹ ਇੱਕ ਬਹੁਤ ਵੱਡਾ ਮੁੱਦਾ ਹੈ। ਔਨਲਾਈਨ ਫਰੋਡਸ ਅਸੀਂ ਸੁਣਦੇ ਹਾਂ, ਅਤੇ ਬੈਂਕਾਂ ਦੇ ਵਿੱਚ ਲੋਕਾਂ ਦੇ ਪੈਸੇ ਜਿਹੜੇ ਕਢਵਾ ਲਏ ਜਾਂਦੇ ਨੇ, ਜਾਂ ਫੋਨ 'ਤੇ ਉਹ ਜੇ ਕਾਲਸ ਆਉਂਦੀਆਂ ਨੇ ਜਿਹੜੀਆਂ ਕਿ ਜੰਕ ਕਾਲਸ ਹੁੰਦੀਆਂ ਨੇ, ਪਰ ਉਹ ਕੋਈ ਨਾ ਕੋਈ ਫਰੋਡ ਜਿਹੜਾ ਵਿਅਕਤੀ ਦੇ ਨਾਲ ਕਰ ਜਾਂਦੀਆਂ। ਕਿ ਜਿਹੜੇ ਕੰਪਿਊਟਰ ਦੇ ਵਿਦਿਆਰਥੀ ਨੇ, ਚਾਹੇ ਇੰਜੀਨੀਅਰਿੰਗ ਪੜ੍ਹ ਰਹੇ ਹੋਣ, ਚਾਹੇ ਕੰਪਿਊਟਰ ਐਪਲੀਕੇਸ਼ਨ ਪੜ੍ਹ ਰਹੇ ਹੋਣ, ਉਹਨਾਂ ਨੂੰ ਉਹਦੇ ਸੇਫਟੀ ਮੈਜਰਸ ਜਾਂ ਸਿਕਿਉਰਿਟੀ ਦੇ ਨਾਲ ਵੀ ਜਿਹੜਾ ਟ੍ਰੇਨ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਸਿਕਿਉਰ ਯੂਜ਼ ਕਰ ਸਕਦੇ ਹਾਂ ਕੰਪਿਊਟਰ ਦਾ। ਜਦੋਂ ਅਸੀਂ ਕੰਪਿਊਟਰਸ ਦਾ ਕੋਈ ਸਬਜੈਕਟ ਪੜ੍ਹਾਉਂਦੇ ਹਾਂ, ਕੋਰਸ ਪੜ੍ਹਾਉਂਦੇ ਹਾਂ, BTech ਕਹੀਏ, BSc ਕਹੀਏ ਜਾਂ ਕੋਈ ਵੀ, ਤਾਂ ਉਹਦੇ 'ਚ ਕੋਈ ਨਾ ਕੋਈ ਕੋਰਸ ਅਸੀਂ ਜ਼ਰੂਰ ਸਿਕਿਉਰਿਟੀ ਦਾ ਜ਼ਰੂਰ ਰੱਖਿਆ ਹੁੰਦਾ। ਉਹ ਸਿਕਿਉਰਿਟੀ ਕੋਰਸਿਸ ਨੂੰ, ਜਿਵੇਂ ਐਥੀਕਲ ਹੈਕਿੰਗ ਦੇ ਕੋਰਸ ਹੈ, ਪੈਨੀਟ੍ਰੇਸ਼ਨ ਟੈਸਟਿੰਗ ਦੇ ਕੋਰਸ ਨੇ ਨਾ, ਇਹ ਜ਼ਰੂਰ ਪੜ੍ਹਾਏ ਜਾਂਦੇ ਨੇ, ਔਰ ਉਹਨਾਂ ਨੂੰ ਉਹਦੇ ਵਿੱਚ ਐਥੀਕਲੀ ਜਿਹੜਾ ਕੰਮ ਕਰਨ ਦੇ ਲਈ ਸਿਖਾਇਆ ਜਾਂਦਾ ਵੀ ਕੋਈ ਵੀ ਕੰਮ ਅਨਐਥੀਕਲ ਨਹੀਂ ਕਰਨਾ ਜੀ, ਠੀਕ ਹੈ। ਔਰ ਉਹਦੇ ਲਈ ਉਹਨਾਂ ਨੂੰ ਦੱਸਿਆ ਜਾਂਦਾ ਕਿ ਕਿਵੇਂ ਆਪਣੇ ਜਿਹੜਾ ਵੀ ਤੁਸੀਂ ਸੌਫਟਵੇਅਰ ਬਣਾ ਰਹੇ ਹੋ ਜਾਂ ਜਿਹੜਾ ਵੀ ਕੋਈ ਤੁਸੀਂ ਹਾਰਡਵੇਅਰ ਬਣਾ ਰਹੇ ਹੋ, ਉਹ ਹਾਰਡਵੇਅਰ ਬਣਾਉਣ ਦੇ ਲਈ ਤੁਸੀਂ ਉਹਨੂੰ ਕਿਵੇਂ ਸਿਕਿਉਰ ਰੱਖਣਾ, ਤਾਂ ਕਿ ਜਿਹੜਾ ਐਂਡ ਯੂਜ਼ਰ ਉਹਨੂੰ ਯੂਜ਼ ਕਰ ਰਿਹਾ ਉਹ ਆਪਣੇ ਆਪ ਨੂੰ ਸਿਕਿਉਰ ਐਂਡ ਸੇਫ ਸਮਝੇ ਜਦੋਂ ਵੀ ਤੁਹਾਡੀ ਵੈਬਸਾਈਟ ਜਾਂ ਤੁਹਾਡਾ ਹਾਰਡਵੇਅਰ ਯੂਜ਼ ਕਰ ਰਿਹਾ ਜੀ। ਤਾਂ ਉਹ ਸੇਫਟੀ ਸਿਕਿਉਰਿਟੀ ਦੇ ਕੋਰਸਿਸ ਜਿਹੜੇ ਨੇ ਉਹ ਡੈਫੀਨੇਟਲੀ ਜਿਹੜੇ ਨਾ ਕੋਰਸਿਸ ਪ੍ਰੋਗਰਾਮ 'ਚ ਪੜ੍ਹਾਏ ਜਾਂਦੇ ਨੇ। ਅੱਛਾ, ਜਦੋਂ ਇਸ ਤਰ੍ਹਾਂ ਦੀ ਸੇਫਟੀ ਸਿਕਿਉਰਿਟੀ ਦੀ ਗੱਲ ਚੱਲਦੀ ਹੈ ਤਾਂ ਬੜਾ ਮਨ ਦੇ ਵਿੱਚ ਇੱਕ ਵਲਵਲਾ ਉੱਠਦਾ ਹੈ
ਕਿ ਅਸੀਂ ਐਕਸਪਰਟ ਹੋਣੇ ਚਾਹੀਦੇ ਹਾਂ ਵੀ ਇਹਦਾ ਵੀ ਜਿਹੜੇ ਇਸ ਤਰ੍ਹਾਂ ਦੀ ਚੋਰੀਆਂ ਕਰਦੇ ਨੇ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਕਿ ਉਹਨਾਂ ਨੂੰ ਜ਼ਿਆਦਾ ਫੜ ਲਿਆ ਜਾਵੇ, ਜਾਂ ਫਿਰ ਕੰਪਿਊਟਰ ਦੇ ਵਿੱਚ ਹੀ ਕੋਈ ਉਹ ਜਿਹਾ ਕੁਛ ਨਾ ਕੁਛ ਜਿਹੜਾ ਸਿਸਟਮ ਹੋਵੇ ਜਿਹਦੇ ਨਾਲ ਕਿ ਉਹ ਫਰਾਡ ਨਾ ਕਰ ਸਕਣ। ਤਾਂ ਜੇਕਰ ਕੋਈ ਵਿਦਿਆਰਥੀ ਕੰਪਿਊਟਰ ਦਾ, ਚਾਹੇ ਇੰਜੀਨੀਅਰ ਹੈ ਜਾਂ ਕੋਈ ਹੋਰ ਕੋਰਸ ਉਹਨੇ ਕੀਤਾ ਹੋਇਆ, ਕਿ ਉਹ ਆਪਣੀ ਸੇਫਟੀ ਜਾਂ ਸਿਕਿਉਰਿਟੀ ਦੇ ਵਿੱਚ ਮਾਹਿਰ ਬਣਨਾ ਚਾਹੇ, ਕਿ ਇਸ ਤਰ੍ਹਾਂ ਦੇ ਵੀ ਕੋਰਸਿਸ ਉਪਲਬਧ ਨੇ ਕਿ ਉਹ ਸਿਕਿਉਰਿਟੀ ਨੂੰ ਲੈ ਕੇ ਇੱਕ ਮਾਹਿਰ ਬਣ ਸਕੇ? ਅੱਜ ਦੀ ਤਰੀਕ ਵਿੱਚ ਕਈ ਇੰਸਟੀਟਿਊਟ ਜਿਹੜੇ ਨੇ ਸਪੈਸ਼ਲਾਈਜ਼ਡ ਕੋਰਸਿਸ ਵੀ ਕਰਾਉਂਦੀਆਂ ਨੇ। ਗਵਰਨਮੈਂਟ ਇੰਸਟੀਟਿਊਟਸ ਵੀ ਜਿਵੇਂ ਸਾਈਬਰ ਸਿਕਿਉਰਿਟੀਜ਼ ਨੇ ਨਾ, ਉਹ 'ਚ ਸਪੈਸੀਫਿਕਲੀ ਅਸੀਂ ਇਹੀ ਕਰਾਏ ਜਾਂਦੇ ਨੇ ਕਿ ਵੀ ਕਿਵੇਂ ਅਸੀਂ ਸਿਕਿਉਰ ਨੈਟਵਰਕ ਜਿਹੜਾ ਜਾਂ ਸਿਕਿਉਰ ਚੀਜ਼ਾਂ ਜਿਹੜੀਆਂ ਪ੍ਰਪੇਅਰ ਕਰਨੀਆਂ ਨੇ ਜੀ। ਜਾਂ ਜਿਵੇਂ ਕਹੀਏ ਕਿ ਕੁਝ ਸਰਟੀਫਿਕੇਸ਼ਨਸ ਵੀ ਨੇ, ਐਥੀਕਲ ਹੈਕਿੰਗ ਦੀਆਂ ਸਰਟੀਫਿਕੇਸ਼ਨਸ ਵੀ ਕਰਾਈਆਂ ਜਾਂਦੀਆਂ ਨੇ ਪ੍ਰਾਈਵੇਟ ਅਦਾਰਿਆਂ ਵੱਲੋਂ। ਉਹਨਾਂ ਵਿੱਚੋਂ ਪ੍ਰੈਕਟੀਕਲੀ ਸਾਰਾ ਕੁਝ ਉਹ ਚੀਜ਼ਾਂ ਕਰਕੇ ਉਹਨਾਂ ਨੂੰ ਦੱਸਦੇ ਨੇ ਕਿਵੇਂ ਅਸੀਂ ਐਥੀਕਲੀ ਇਹਨਾਂ ਚੀਜ਼ਾਂ ਦੇ ਲਈ ਕੰਮ ਕਰਨਾ, ਨਾ ਕਿ ਜਿਹੜਾ ਸਾਡਾ ਯੂਜ਼ਰ ਹੈ ਉਹਨੂੰ ਵਰਤਣ ਵਾਲਾ ਉਹ ਐਥੀਕਲੀ ਸਾਡੇ ਤੇ ਬਿਲੀਵ ਕਰੇ ਕਿ ਵੀ ਜੋ ਵੀ ਮੈਨੂੰ ਪ੍ਰੋਡਕਟ ਮਿਲ ਰਿਹਾ ਉਹ ਇੱਕ ਸੇਫ ਐਂਡ ਸਿਕਿਉਰ ਪ੍ਰੋਡਕਟ ਹੈਗਾ ਜੀ। ਅਤੇ ਡਾਕਟਰ ਸਾਹਿਬ, ਕੁਛ ਜਿਹੜੇ ਸਕੂਲ ਦੇ ਵਿਦਿਆਰਥੀ ਹੁੰਦੇ ਨੇ ਉਸ ਪੱਧਰ 'ਤੇ ਉਹ ਬਹੁਤ ਐਡਵਾਂਸਡ ਪੜ੍ਹਾਈ ਤਾਂ ਨਹੀਂ ਕਰ ਰਹੇ ਹੁੰਦੇ ਦੀ ਕੰਪਿਊਟਰ ਦੀ, ਪਰ ਕੁਝ ਬੱਚਿਆਂ ਦਾ ਐਪਟੀਟਿਊਡ ਇਹੋ ਜਿਹਾ ਹੁੰਦਾ ਕਿ ਕੰਪਿਊਟਰ ਦੇ ਵਿੱਚ ਉਹਨਾਂ ਨੂੰ ਨੈਚੁਰਲੀ ਇੰਟਰਸਟ ਹੁੰਦਾ। ਤਾਂ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਕਿ ਉਸ ਪੱਧਰ 'ਤੇ ਉਹ ਇਸ ਖੇਤਰ ਦੇ ਵਿੱਚ ਅੱਗੇ ਵਧਣ ਦੇ ਲਈ ਕੀ ਕਰਨ? ਮੈਂ ਤਾਂ ਇਹੀ ਕਰਾਂਗਾ ਕਿ ਵੀ ਪਹਿਲਾਂ ਤਾਂ ਆਪਣੇ ਮੈਥਸ ਨੂੰ ਜਿਹੜਾ ਸਟਰੋਂਗ ਰੱਖਣ। ਜੇ 6th-7th ਦੀ ਮੈਂ ਗੱਲ ਕਰਾਂ, ਸਕੂਲ ਲੈਵਲ ਤੋਂ ਗੱਲ ਕਰਾਂ, ਤਾਂ ਆਪਣੇ ਮੈਥਸ ਦੇ ਜਿਹੜੇ ਨੇ ਐਪਟੀਟਿਊਡ ਜਿਹੜੇ ਨੇ ਉਹ ਐਪਟੀਟਿਊਡ ਆਪਣਾ ਇੰਪਰੂਵ ਕਰਦੇ ਨੇ। ਬੜੀਆਂ ਕਿਤਾਬਾਂ ਜਾਂ ਬੜੀ ਵੈਬਸਾਈਟ ਅਵੇਲੇਬਲ ਨੇ ਜਿਨ੍ਹਾਂ 'ਚ ਤੁਸੀਂ ਆਪਣਾ ਐਪਟੀਟਿਊਡ ਟੈਸਟ ਕਰ ਸਕਦੇ। ਤਾਂ ਉਹ ਐਪਟੀਟਿਊਡ ਟੈਸਟਿੰਗ ਜਿਹੜੀ ਹੈ ਆਪਣੇ ਆਪ ਨੂੰ ਰੱਖੀ ਰੱਖਣ, ਕਿਉਂਕਿ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕ੍ਰਿਟੀਕਲ ਥਿੰਕਿੰਗ ਦੀ, ਉਹ ਐਪਟੀਟਿਊਡ ਦੇ ਥਰੂ ਹੀ ਤੁਹਾਡੀ ਆਏਗੀ। ਤਾਂ ਉਹ ਜਿਹੜੇ ਆਪਣੇ ਐਪਟੀਟਿਊਡ ਜਿਹੜਾ ਵਾ, ਜਿਵੇਂ ਕਈ ਆਪਾਂ ਦੇਖਾਂਗੇ ਫਿਗਰ ਮਿਲਦੀਆਂ ਨੇ ਸਾਨੂੰ, ਨੈਕਸਟ ਫਿਗਰ ਕੀ ਬਣੇਗੀ ਹੈ ਨਾ, ਸੀਰੀਜ਼ ਮਿਲਦੀਆਂ, ਕਿਉਂਕਿ ਹੁੰਦਾ ਕੰਪਿਊਟਰ ਦੇ ਵਿੱਚ ਤਾਂ ਇਹੀ ਹੈ ਕਿ ਵੀ 10 ਸੀਰੀਜ਼ ਦੇ ਦਿੱਤੀਆਂ, ਅਗਲੀ ਕੀ ਆਏਗੀ ਕੰਪਿਊਟਰ ਨੇ ਸੋਲਵ ਕਰਨੀ। ਉਹ ਜਿੰਨੀ ਦੇਰ ਦਾ ਤੁਹਾਨੂੰ ਨਹੀਂ ਪਤਾ ਕਿ ਵੀ 2 4 6 8 10 12 ਆਉਣਾ ਅੱਗੋਂ, ਇਸੇ ਤਰ੍ਹਾਂ 3 6 9 12 ਆਉਣਾ ਅੱਗੋਂ, ਤਾਂ ਉਹ ਜਿੰਨੀ ਦੇਰ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਕੰਪਿਊਟਰ ਨੂੰ ਨਹੀਂ ਸਮਝਾ ਸਕਦੇ। ਤਾਂ ਉਹ ਚੀਜ਼ਾਂ ਜਿਹੜੀਆਂ ਬੱਚੇ ਜਿਹੜਾ ਆਪਣਾ ਆਪਣੇ ਐਪਟੀਟਿਊਡ ਟੈਸਟ ਜਿਹੜਾ ਨਾ, ਉਹ ਆਪਣੇ ਆਪ ਨੂੰ ਰੈਗੂਲਰ ਅਪਡੇਟ ਰੱਖਣ ਤਾਂ ਕਿ ਉਹਨਾਂ ਦਾ ਬ੍ਰੇਨ ਜਿਹੜਾ ਵਾ ਇਹਨਾਂ ਚੀਜ਼ਾਂ ਵੱਲ ਚੱਲਦਾ ਰਹੇ। ਠੀਕ ਹੈ। ਅਤੇ ਚਲਦੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਜਿਹੜੇ ਵਿਦਿਆਰਥੀ ਕਈ ਹੁੰਦੇ ਜਿਨ੍ਹਾਂ ਦਾ ਕੰਪਿਊਟਰ ਦਾ ਇੰਨਾ ਐਕਸਪੋਜਰ ਨਹੀਂ ਹੁੰਦਾ, ਅਤੇ ਉਹਨਾਂ ਦੇ ਅੰਦਰ ਇੱਕ ਡਰ ਬੈਠਿਆ ਹੁੰਦਾ ਕੰਪਿਊਟਰ ਨੂੰ ਲੈ ਕੇ ਕਿ ਪਤਾ ਨਹੀਂ ਇਹ ਕਿੰਨੀ ਕੁ ਵੱਡੀ ਚੀਜ਼ ਹੈ ਜਿਹੜੀ ਕਿ ਉਹਨਾਂ ਨੂੰ ਨਹੀਂ ਆ ਸਕਦੀ। ਤੁਸੀਂ ਉਹਨਾਂ ਨੂੰ ਜਾਂਦੇ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਾਂਗਾ, ਇਹਨੂੰ ਇੱਕ ਹਊਆ ਨਾ ਸਮਝੋ। ਕੰਪਿਊਟਰ ਇੱਕ ਬਹੁਤ ਫਰੈਂਡਲੀ ਡਿਵਾਈਸ ਹੈ, ਉਹਦੇ 'ਤੇ ਜਿੰਨਾ ਮੈਕਸੀਮਮ ਪ੍ਰੈਕਟੀਕਲ ਕਰ ਸਕਦੇ ਹੋ ਮੈਕਸੀਮਮ ਪ੍ਰੈਕਟੀਕਲ ਕਰੋ। ਕੁਛ ਨਹੀਂ ਹੁੰਦਾ ਉਹਨੂੰ, ਜੇ ਕੁਛ ਹੋਇਆ ਵੀ ਤਾਂ ਉਹ ਠੀਕ ਹੋ ਜਾਏਗਾ। ਮੈਂ ਇਹੀ ਕਹਾਂਗਾ ਡਰ ਨਾ ਬਿਠਾਓ, ਉਹਨੂੰ ਹੋਰ ਐਕਸਪੋਜਰ ਲਵੋ ਉਹਦਾ, ਉਹਨੂੰ ਮੈਕਸੀਮਮ ਯੂਜ਼ ਕਰੋ। ਜਿੰਨਾ ਮੈਕਸੀਮਮ ਯੂਜ਼ ਕਰੋ, ਜੇ ਗਲਤੀ ਕਰੋਗੇ ਤਾਂ ਸਿੱਖੋਗੇ। ਤੇ ਮੈਂ ਇਹੀ ਜਿਹੜੇ ਵੀ ਬੱਚੇ ਕੰਪਿਊਟਰ ਦੀ ਪੜ੍ਹਾਈ ਕਰ ਰਹੇ ਨੇ, ਕਦੀ ਵੀ ਕੋਈ ਪ੍ਰੈਕਟੀਕਲ ਕਰਨ ਤੋਂ ਝਿਜਕੋ ਨਾ, ਮੈਕਸੀਮਮ ਪ੍ਰੈਕਟੀਕਲ ਕਰੋ। ਚੀਜ਼ ਕੰਪਿਊਟਰ ਇੱਕ ਇੰਨੀ ਇਲੈਕਟ੍ਰੋਨਿਕ ਡਿਵਾਈਸ ਹੈ ਜਿਹੜੀ ਕਿ ਜਲਦੀ ਕਿਤੇ ਖਰਾਬ ਨਹੀਂ ਹੁੰਦੀ, ਤਾਂ ਉਹਦੇ 'ਤੇ ਮੈਕਸੀਮਮ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਮੈਕਸੀਮਮ ਸਕਿੱਲ ਹਾਸਲ ਕਰੋਗੇ। ਜੀ ਡਾਕਟਰ ਸਤਵਿੰਦਰ ਸਿੰਘ ਜੀ, ਤੁਸੀਂ ਕੰਪਿਊਟਰ ਦੇ ਖੇਤਰ ਦੇ ਵਿੱਚ ਕਿਹੋ ਜਿਹਾ ਜਿਹੜਾ ਕਰੀਅਰ ਦਾ ਸਕੋਪ ਹੈ ਉਹਦੇ ਬਾਰੇ ਦੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਤੁਹਾਡਾ ਸਟੂਡੀਓ ਦੇ ਆਉਣ 'ਤੇ ਇਸ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ ਇਮਤਿਆਜ਼।